साहिब जी। गुरु नानक पद पंकज बंदन, सिमरो अंगद दुख निकंदन। गुर अमरदास हृदय नित ध्यावा, श्री गुरु रामदास गुण गावा। श्री अर्जन विघ्न के नाशक, श्री हर गोबिंद शुभ सुमत प्रकाशक। श्री हर राय नमो कर जोरी, श्री हर कृष्ण मनाए बहोरी। गुरु तेग बहादुर परम कृपाला, श्री गुरु गोबिंद सिंह विशाला। तारो तारा पर पुन पुन सीसा, बंदा बार बार जगदीसा। जा मह अमृत ज्ञान है, माणक भगत बैराग। श्री गुरु ग्रंथ साहिब उदद, बंदह कर अनुराग। एक अंकार सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। चतुर गुरु के शब्द मुकंदे, पेख पोथी तुम लिखो आनंदे। स्वावेदन को सार निकार, माथ सागर जिमृतन उदार। चतुर गुरु के शब्द मुकंदे, परम सन्मान जोग सत्कार जोग सतगुरां दी साजी निवाजी गुरु रूप गुरु खालसा साध संगत जीओ। बड़भागे हाँ ਆਪਾਂ ਸਾਰੇ ਹੀ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਰਜੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਜੁੜ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ पावन गोद अंदर जुड़ बैठ करके गुरबाणी पाठ गुरबाणी कीर्तन दे लाहे प्राप्त किए ने। उपरंत रोज की मर्यादा मुताबक चल रही लड़ीवार श्री गुरु प्रताप सूरज ग्रंथ की इतिहासक कथा नूं सरवण करन लई बड़ी शरधा भावना चाव नाल गुरु दरबार अंदर पहुंचे हो। आओ जिथे सरीरक तौर पर गुरु चरणा जुड़ बैठे हाँ, कुछ समय लिए अपनिया सुरतियां मनोवृत्तियां नूं लड़ीवार इतिहासक प्रसंग नाल जोड़ना करिए।
ਕੱਲ ਤੱਕ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸੀ। ਇਤਿਹਾਸ ਨੂੰ ਆਪਾਂ ਵਾਚਿਆ ਵਿਚਾਰਿਆ ਸੀ। ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਜਿਹੜਾ ਸਥਾਨ ਬਣਾਇਆ ਗਿਆ, ਜਿੱਥੇ ਸਾਰੀ ਤਿਆਰੀ ਹੋ ਚੁੱਕੀ ਹੈ, ਪੋਥੀਆਂ ਪਹੁੰਚ ਚੁੱਕੀਆਂ ਨੇ, ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ। ਇੱਥੋਂ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਤਿਗੁਰਾਂ ਨੇ ਵਾਪਸ ਘੱਲ ਦਿੱਤਾ, ਜਾਓ ਸੰਗਤ ਦੇ ਨਾਲ ਤੁਸੀਂ ਵਿਚਰਨਾ ਹੈ, ਸੰਗਤਾਂ ਦੇ ਨਾਲ ਤੁਸਾਂ ਨੇ ਹੀ ਉੱਥੇ ਗੱਲਬਾਤ ਕਰਨੀ ਹੈ, ਇੱਧਰੋਂ ਕਿਸੇ ਨੂੰ ਆਉਣ ਨਾ ਦਿੱਤਾ ਜਾਏ। ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਬੈਠਦੇ ਨੇ, ਇੱਧਰੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰਾਂ ਨੇ ਬੁਲਾਇਆ, ਬਾਣੀ ਲਿਖਣ ਦੀਆਂ ਕੁਝ ਹਦਾਇਤਾਂ ਕੀਤੀਆਂ ਨੇ। ਔਰ ਜਿੱਦਾਂ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇਹ ਗੁਰਮੁਖੀ ਲਿਪੀ ਦੇ ਵਿੱਚ ਸਾਰਾ ਗ੍ਰੰਥ ਲਿਖਿਆ ਜਾਣਾ ਹੈ, ਭਾਵੇਂ ਕਿ ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਜਿਹੜੀ ਭਗਤਾਂ ਦੀ ਬਾਣੀ ਸੀ, ਵੱਖ-ਵੱਖ ਦਿਸ਼ਾਵਾਂ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ, ਵੱਖ-ਵੱਖ ਬੋਲੀਆਂ ਬੋਲਣ ਵਾਲੇ, ਉਹ ਸਾਰੇ ਭਗਤਾਂ ਦੀ ਬਾਣੀ ਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਜਾਣਾ ਹੈ। ਇਹ ਮਹਾਨ ਗ੍ਰੰਥ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਜੋ ਵੀ ਕੁਝ ਕਹਿਣਾ ਕੀਤਾ, ਔਰ ਇਹ ਬਾਣੀ ਜਿਹੜੀ ਹੈ ਇਹ ਮਹਾਨ ਗ੍ਰੰਥ ਜਗਤ ਵਿੱਚ ਪ੍ਰਗਟ ਹੋਵੇਗਾ ਇਤਿਆਦਕ। ਇੱਥੋਂ ਤੱਕ ਕੱਲ ਆਪਾਂ ਨੇ ਇਤਿਹਾਸ ਨੂੰ ਵਾਚਿਆ ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਚਰਨਾਂ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ ਹੈ। ਆਓ ਅਗਲਾ ਪ੍ਰਸੰਗ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਆਸੀਸ, ਗੁਰਫਤਿਹ ਦੀ ਸਾਂਝ ਪਾਇਓ, ਸਾਰੇ ਲਗਵਾਓ ਹਾਜ਼ਰੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਤੁਰ ਗੁਰੂ ਕੇ ਸ਼ਬਦ ਮੁਕੰਦੇ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਨੇ। ਰੈਗੂਲਰ ਇਤਿਹਾਸ ਨੂੰ ਬੜੇ ਰਿਸਪੈਕਟ ਨਾਲ ਅਗਾਂਹ ਤੋਰਦਿਆਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਕਹਿ ਰਹੇ ਨੇ, ਚਤੁਰ ਗੁਰੂ ਕੇ ਸ਼ਬਦ ਮੁਕੰਦੇ। ਚਤੁਰ ਦਾ ਅਰਥ ਚਾਰ ਹੈ। ਚਾਰ ਗੁਰੂ ਸਾਹਿਬਾਨ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ ਜੀ ਤੋਂ ਭਾਵ ਹੈ। ਚਾਰ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਬਦ ਨੇ, ਉਹਨਾਂ ਦੀ ਬਾਣੀ ਹੈ, ਉਹ ਮੁਕਤੀ ਦਾਤਾ ਹੈ। ਔਰ ਸਾਰੀ ਉਹ ਬਾਣੀ ਵੈਸੇ ਤੇ ਮੁਕਤੀ ਦਾਤਾ ਹੈ, ਪਰ ਗੁਰੂ ਸਾਹਿਬ ਉਹਨਾਂ ਨੂੰ ਥੋੜਾ ਵਡਿਆਈ ਦੇ ਕੇ ਕਹਿ ਰਹੇ ਹਨ, ਇੱਕ ਪੋਥੀ ਤੁਮ ਲਿਖੋ ਆਨੰਦੇ। ਔਰ ਉਹਨਾਂ ਪੋਥੀਆਂ ਨੂੰ ਵੇਖ ਕੇ ਤੁਸੀਂ ਉਹ ਸਾਰਾ ਬਾਣੀ ਲਿਖਣੀ ਹੈ। ਤੁਸੀਂ ਪਿੱਛੇ ਸਰਵਣ ਕੀਤਾ ਹੈ, ਕਿਉਂਕਿ ਰੈਗੂਲਰ ਇਤਿਹਾਸ ਚੱਲ ਰਿਹਾ ਹੈ ਵੀ ਉਹ ਜਿਹੜੀਆਂ ਪੋਥੀਆਂ ਲੈ ਕੇ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਦੀ ਬਾਣੀ ਹੈ। ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਸ ਕਰਕੇ ਹੁਣ ਉਹਨਾਂ ਨੂੰ ਇੱਕ ਵੀੜ ਦੇ ਵਿੱਚ, ਇੱਕ ਗ੍ਰੰਥ ਵਿੱਚ, ਇੱਕ ਜ਼ਿਲਦ ਵਿੱਚ ਜਿਹੜਾ ਇਕੱਠਿਆਂ ਕਰਨਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਪੋਥੀਆਂ ਨੂੰ ਵੇਖ ਕੇ ਆਨੰਦ ਨਾਲ, ਖੁਸ਼ੀ ਨਾਲ, ਚਾਅ ਨਾਲ ਉਹਨਾਂ ਦੀ ਬਾਣੀ ਨੂੰ ਲਿਖਣਾ। ਚਾਰੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਹੋਇਆ ਜੀ। ਸਭ ਬੇਦਨ ਕੋ ਸਾਰਨ ਕਰ। ਹੁਣ ਇੱਥੇ ਹੈ ਵੀ ਸਭ ਬੇਦਨ ਕੋ ਦੇ ਜਿਹੜੇ ਸ਼ਬਦੀ ਅਰਥ ਨੇ, ਇਹਦੇ ਇਹ ਅਰਥ ਬਣਦੇ ਨੇ ਵੀ ਇਹ ਬਾਣੀ ਜਿਹੜੀ ਹੈ ਵੇਦਾਂ ਦਾ ਤੱਤ ਹੈ। ਮੈਨੂੰ ਖਿਮਾ ਕਰਨਾ ਹੈ, ਇੱਥੇ ਵਿਦਵਾਨਾਂ ਦੇ ਕਾਫੀ ਸਾਰੇ ਮਤਭੇਦ ਨੇ। ਜਿਹੜੇ ਤੇ ਕੁਝ ਵਿਦਵਾਨ ਨੇ ਉਹ ਇਹ ਮੰਨਦੇ ਨੇ, ਬਹੁਤਾਤ ਵਿੱਚ ਵਿਦਵਾਨ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ, ਉਹ ਇਹਦੇ ਨਾਲ ਸਹਿਮਤੀ ਨਹੀਂ ਪ੍ਰਗਟਾ ਰਹੇ, ਕਿਉਂਕਿ ਵੇਦ ਜਿਹੜੇ ਨੇ ਉਹਨਾਂ ਨੂੰ ਬਾਣੀ ਦੇ ਮੁਕਾਬਲੇ ਤੇ ਨਹੀਂ ਰੱਖਿਆ ਜਾ ਸਕਦਾ। ਖਿਮਾ ਕਰਨਾ ਹੈ, ਆਪਣੀ ਜਗ੍ਹਾ ਉਹਨਾਂ ਦੀ ਚਲੋ ਆਪਣੀ ਅਸਥਾਨ ਹੈਗਾ, ਉਹਨਾਂ ਦੀ ਆਪਣੀ ਮਾਨਤਾ ਹੈਗੀ ਹੈ, ਉਹਨਾਂ ਦਾ ਆਪਣਾ ਸਤਿਕਾਰ ਹੈ, ਵੱਖਰੀ ਗੱਲ ਹੈ, ਅਸੀਂ ਉਧਰ, ਪਰ ਬਾਣੀ ਦੇ ਮੁਕਾਬਲੇ ਤੇ ਉਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ। ਗੁਰੂ ਸਾਹਿਬਾਨਾਂ ਨੇ ਸਪਸ਼ਟ ਆਖਿਆ ਵੀ ਇਹ ਬਾਣੀ ਧੁਰ ਕੀ ਬਾਣੀ ਹੈ, ਨਿਰੰਕਾਰੀ ਬਾਣੀ ਹੈ, ਰੱਬੀ ਬਾਣੀ ਹੈ। ਕਿਸੇ ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਇਹ ਸਾਡੀ ਬਾਣੀ ਹੈ। ਉਹ ਤੇ ਕਹਿੰਦੇ ਸੀ ਜ਼ਰੀਆਂ, ਅਸੀਂ ਤੇ ਸਾਧਨ ਹਾਂ, ਇਹ ਤੇ ਵਸੀਲਾ। ਅਸਲ ਵਿੱਚ ਬਾਣੀ ਤੇ ਧੁਰ ਕੀ ਹੈ। ਆਪਾਂ ਕਿੰਨੇ ਵਾਰ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸਤਿਗੁਰੂ ਤੇ ਵੀ ਕਹਿੰਦੇ ਨੇ ਵੀ ਮੈਂ ਤੇ ਉਦਾਂ ਹੀ ਬੋਲਦਾ ਜਿਵੇਂ ਮੈਨੂੰ ਬੁਲਾ ਰਿਹਾ ਹੋ। ਨਾਨਕ ਦਾਸ ਤੇ ਉਹੀ ਕਹਿ ਰਿਹਾ ਜੋ ਮੇਰੇ ਤੋਂ ਕਹਾ ਰਿਹਾ ਹੈ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ।
ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹਨੂੰ ਰੱਬੀ ਬਾਣੀ, ਇਹਨੂੰ ਤੁਰਕੀ ਬਾਣੀ, ਇਹਨੂੰ ਇਲਾਹੀ ਬਾਣੀ, ਇਹਨੂੰ ਅਗੰਮੀ ਬਾਣੀ, ਇਹਨੂੰ ਨਿਰੰਕਾਰੀ ਬਾਣੀ, ਇਹਨੂੰ ਪਤਾ ਨਹੀਂ ਕਿੰਨੇ ਸ਼ਬਦ ਦਿੱਤੇ ਨੇ। ਰੱਬ ਜੀ ਦੇ ਬੋਲ ਨੇ ਡਾਇਰੈਕਟ। ਇਸ ਕਰਕੇ ਇਸ ਬਾਣੀ ਨੇ ਵਿਤਕਰੇ ਖਤਮ ਕਰਨੇ ਨੇ। ਇਹਨੇ ਸਾਰਿਆਂ ਮਨੁੱਖਾਂ ਨੂੰ ਕਲਾਵੇ ਵਿੱਚ ਲੈਣਾ। ਰੱਬ ਦੇ ਬੋਲ ਸਾਰਿਆਂ ਲਈ ਬਰਾਬਰ ਨੇ। ਖਿਮਾ ਕਰਨਾ ਵੇਦਾਂ ਦੇ ਵਿੱਚ ਐਸਾ ਨਹੀਂ ਹੈ। ਵੇਦਾਂ ਤੇ ਪਾਬੰਦੀਆਂ ਨੇ। ਸ਼ੂਦਰ ਨਹੀਂ ਪੜ ਸਕਦਾ, ਵੇਦਾਂ ਦੀ ਸਟੱਡੀ ਨਹੀਂ ਕਰ ਸਕਦਾ। ਪੜਨਾ ਸੁਣਨਾ ਛੱਡੋ, ਭਾਵ ਪੜਨਾ ਤੇ ਵਿਚਾਰਨਾ ਤੇ ਗੱਲ ਦੂਰ ਦੀ, ਸੁਣਨਾ ਵੀ ਇਹ ਅਪਰਾਧ ਹੈ। ਇਤਿਆਦਕ ਬੜਾ ਕੁਝ ਹੈ ਬਹੁਤਾ, ਕਿਉਂਕਿ ਵੈਸੇ ਮਾਰਕੀਟ ਦੇ ਵਿੱਚ 2-3 ਸਾਡੇ ਵਿਦਵਾਨਾਂ ਦੀਆਂ ਕਿਤਾਬਾਂ ਹੈਗੀਆਂ ਨੇ। ਸ਼ਾਇਦ ਗਿਆਨੀ ਸ਼ੇਰ ਸਿੰਘ ਦੀ ਕਿਤਾਬ ਹੈਗੀ ਹੈ, ਪੁਰਾਤਨ ਕਾਫੀ ਵਿਦਵਾਨ ਹੋਏ ਨੇ। ਵੇਦਾਂ ਦਾ ਔਰ ਗੁਰਬਾਣੀ ਦਾ ਉਹਨਾਂ ਨੇ ਰੱਖਿਆ ਵੀ ਵੇਦ ਬਾਣੀ ਤੇ ਗੁਰਬਾਣੀ ਦੇ ਵਿੱਚ ਕੀ ਅੰਤਰ ਹੈ। ਚਲੋ ਇੱਥੇ ਜਾਣੀ ਹੈ ਵੀ ਇਹ ਕਹਿ ਸਕਦੇ ਹਾਂ ਵੀ ਵੇਦਾਂ ਨਾਲੋਂ ਵੀ ਸ੍ਰੇਸ਼ਟ ਗਿਆਨ ਹੈ, ਸਰਵੋਤਮ ਗਿਆਨ ਹੈ, ਉੱਤਮ ਹੈ, ਸਾਰਿਆਂ ਨੂੰ ਕਲਾਵੇ ਵਿੱਚ ਲੈਣ ਵਾਲੀ, ਠੰਡ ਵਰਤਾਉਣ ਵਾਲੀ, ਸ਼ਾਂਤੀ ਵਰਤਾਉਣ ਵਾਲੀ ਇਹ ਬਾਣੀ ਜਿਹੜੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿੱਦਾਂ ਲਿਖਣੀ ਹੈ, ਦੱਸ ਰਹੇ ਹਨ। ਮਥ ਸਾਗਰ ਜਿਮ ਰਤਨ ਉਧਾਰ। ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਜਿਵੇਂ ਨਾ ਸਮੁੰਦਰ ਨੂੰ ਰਿੜਕਿਆ ਜਾਂਦਾ ਹੈ, ਉਹਦੇ ਚੋਂ ਰਤਨ ਕੱਢੇ ਨੇ। ਇਹ ਜਾਣੀ ਗੁਰੂ ਦਾ ਸ਼ਬਦ ਰਤਨਾਂ ਦੇ ਬਰਾਬਰ ਹੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਤੁਸੀਂ ਪੜ੍ਹਦੇ ਹੋ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਬਹੁਤ ਵਾਰ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ। ਗੁਰਬਾਣੀ ਰਤਨਾਂ ਦੇ ਵਾਂਗ ਹੈ, ਹੀਰਿਆਂ ਦੇ ਵਾਂਗ ਹੈ। ਇੱਥੇ ਹੈ ਕਹਿਣ ਲੱਗੇ ਮਥ ਸਾਗਰ ਜਿਮ ਰਤਨ ਉਦਾਰਾ। ਇਹ ਰਤਨਾਂ ਦੇ ਤੁਲ ਬਾਣੀ ਜਿਹੜੀ ਹੈ ਸਰਬੋਤਮ ਹੈ, ਸ੍ਰੇਸ਼ਟ ਹੈ। ਲਿਖਣੀ ਕਰੋ ਜੀ। ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮ। ਧੰਨ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜ਼ਿਕਰ ਹੋਇਆ ਹੈ। ਸ਼੍ਰੀ ਗੁਰੂ ਅਮਰ ਆਪਰ ਸ਼੍ਰੀ ਰਾਮ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਨਾਮ ਲਿਆ ਹੈ। ਪ੍ਰਤਕ ਪ੍ਰਤਕ ਲਿਖਿਨ ਕੀ ਬਾਣੀ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਹਦਾਇਤ ਕਰ ਰਹੇ ਨੇ। ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਪੋਥੀਆਂ ਦੇ ਵਿੱਚ ਉਹਨਾਂ ਸਾਰਿਆਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਪ੍ਰਥਕ ਪ੍ਰਥਕ ਦਾ ਅਰਥ ਹੁੰਦਾ ਵੱਖ ਵੱਖ ਕਰਕੇ, ਜੁਦਾ ਜੁਦਾ ਕਰਕੇ, ਅਲੱਗਾ ਅਲੱਗਾ ਕਰਕੇ ਲਿਖਣਾ ਹੈਗਾ। ਔਰ ਕਿਵੇਂ ਲਿਖਣਾ ਦੱਸ ਰਹੇ ਹਨ। ਪਾਠ ਕਰ ਆਪ ਲਿਹੋ ਪਹਿਚਾਨੀ। ਜਿਹੜਾ ਪਹਿਲਾ ਗੁਰੂ ਸਾਹਿਬਾਨ ਉਹਦੀ ਪਹਿਲਾਂ ਬਾਣੀ ਆਏਗੀ, ਦੂਸਰਾ ਗੁਰੂ ਹੈ ਤੇ ਦੂਸਰੇ ਨੰਬਰ ਤੇ ਬਾਣੀ ਆਏਗੀ, ਤੀਸਰਾ ਤੀਜੇ ਤੇ ਆਏਗੀ। ਔਰ ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ। ਵੈਸੇ ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਚਲੋ ਆਪਾਂ ਬਾਅਦ ਵਿੱਚ ਸਾਰੀਆਂ ਵਡਿਆਈਆਂ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਲੱਖਣਤਾ ਕੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਵਿਲੱਖਣਤਾ ਇਹਦੇ ਵਿੱਚ। ਔਰ ਇੱਕ ਤਾਂ ਇਹ ਸਰਬ ਸਾਂਝੀ ਬਾਣੀ ਹੈ। ਇਹਦੇ ਚ ਕਿੰਨੇ ਗੁਰੂਆਂ ਕਿੰਨੀਆਂ ਭਗਤਾਂ ਦੀਆਂ, ਚਲੋ ਅੱਗੇ ਸਾਰਾ ਕੁਝ ਆ ਜਾਣਾ, ਸੰਖੇਪ ਚਰਚ ਕਰਾਂ। ਜਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ, ਫਿਰ ਦੂਸਰੇ ਦੀ, ਤੀਸਰੇ ਦੀ, ਚੌਥੇ ਦੀ, ਏਦਾਂ ਨੰਬਰਵਾਰ ਔਰ ਦਰਜੇ ਦੇ ਮੁਤਾਬਕ ਸਾਰੀ ਬਾਣੀ ਸ਼ਾਮਲ ਕਰਨੀ ਹੈ। ਪਠ ਕਰ ਆਪ ਲਿਹੋ ਪਹਿਚਾਨੀ। ਤੇ ਸਤਿਗੁਰੂ ਭਾਈ ਗੁਰਦਾਸ ਨੂੰ ਕਹਿੰਦੇ ਤੁਸੀਂ ਆਪ ਪੜ੍ਹ ਕੇ ਪਹਿਚਾਨ ਲੈਣੀ ਹੈ। ਸੁਣ ਭਾਈ ਗੁਰਦਾਸ ਉਚਾਰੀ। ਹੁਣ ਤੁਹਾਡੇ ਮਨ 'ਚ ਕਿਸੇ ਦੇ ਵੀ ਆ ਸਕਦਾ ਹੈ ਵੀ ਪਛਾਣਨ ਵਾਲਾ ਕੀ ਮਸਲਾ ਹੈ ਜੀ, ਕਿਉਂਕਿ ਸਾਰੀ ਬਾਣੀ ਪਿਆਰਿਓ ਨਾਨਕ ਨਾਮ ਦੇ ਹੇਠਾਂ ਉਚਾਰਨ ਹੋਈ ਹੈ। ਸਾਰੀ ਬਾਣੀ ਦੇ ਵਿੱਚ ਮੋਹਰ ਨਾਨਕ ਨਾਮ ਦੀ ਉਹ ਹੈ, ਸਟੈਂਪ ਨਾਨਕ ਨਾਮ ਦੀ ਉਹ ਲੱਗੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣਾ ਨਾਮ ਕਿਤੇ ਨਹੀਂ ਵਰਤਿਆ ਬਾਣੀ 'ਚ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ 17 ਰਾਗਾਂ 'ਚ ਬਾਣੀ ਹੈ। 700 ਤੋਂ ਉੱਪਰ ਸ਼ਬਦ ਨੇ, ਕਿਤੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ 30 ਰਾਗਾਂ 'ਚ ਬਾਣੀ ਹੈ, ਕਿਤੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 19 ਰਾਗਾਂ 'ਚ ਬਾਣੀ ਹੈ, 900 ਤੋਂ ਉੱਪਰ ਹਾਂ ਉਹਨਾਂ ਨੇ ਆਪਣਾ ਨਾਮ ਵਰਤਿਆ, ਕਿਉਂਕਿ ਧੁਰ ਤੋਂ ਗੁਰੂ ਨੇ। ਇਹ ਗੱਲ ਯਾਦ ਰੱਖਿਓ, ਬਾਕੀ ਦੇ ਗੁਰੂਆਂ ਨੂੰ ਗੁਰਤਾ ਗੱਦੀ ਮਿਲੀ ਹੈ। ਉਹਨਾਂ ਨੇ ਕੁਝ ਸਮਾਂ ਗੁਰੂ ਨਾਨਕ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਆਪਾਂ ਜ਼ਿਕਰ ਕਰਦੇ ਹਾਂ, 7 ਸਾਲ 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਦੀ ਸੇਵਾ ਕੀਤੀ, ਤਾਂ ਜਾ ਕੇ ਬਾਬਾ ਲੈਣਾ ਗੁਰੂ ਅੰਗਦ ਸਾਹਿਬ ਮਹਾਰਾਜ ਹੋ ਨਿਬੜੇ। ਤੇ ਬਾਬੇ ਅਮਰਦਾਸ ਨੇ, ਜਿਨ੍ਹਾਂ ਨੂੰ ਅਮਰੂ ਨਥਾਵਾ ਕਹਿੰਦੇ ਸਨ, ਕਿੰਨੇ ਸਾਲ ਸੇਵਾ ਕੀਤੀ ਹੈ ਤੁਹਾਨੂੰ ਪਤਾ ਹੀ ਹੈ।
किन्ने साल गागर च पानी ढोया और फिर जाके किते 1552 गुरता गद्दी ते सुशोभित होंदे ने। फिर अगे जाके गुरु रामदास जी ने किन्ना चिर टोकरी ढोई है, किन्नियां सेवावां कीतियां, कैसे कैसे हुक्म मन्ने, फिर जाके गुरता गद्दी ते सुशोभित होंदे ने। असीं उन्हां दा गुरता गद्दी पुरब मनाने हैं। गुरु अंगद साहिब महाराज जी दा डायरियां चक लो, कैलेंडर चक लो, वखरी गल है, डेटा च फर्क हो सकता है, पर गुरपुरब ने गुरु अंगद साहिब महाराज जी का गुरता गद्दी दिवस है। तो इसे तरह अगले गुरु साहिबाना का गुरु नानक का गुरता गद्दी पुरब नहीं है। गुरु नानक साहिब महाराज का प्रकाश पुरब है, ज्योति जोत पुरब है। गुरता गद्दी क्यों नहीं है? क्योंकि वो आद तो गुरु ने, शुरू तो गुरु ने, जन्म तो गुरु ने। बाकी खिमा करना, तुसी सारा समझ गए हो। शायद इसे करके भाई गुरदास ने शब्द वरते ने, सतगुर नानक प्रगटिया मिट्टी धुंध जग चानण होआ। उन्होंने जन्म तो गुरु मन्ने। उन्होंने बारे आप पढ़ते हैं, आप नारायण कला धार जग मह परवरे। इस करके जी मैं बेनती कर रहा, मतलब गुरु नानक साहिब जी ने तो नाम की वरतों की है, बाकी सारे गुरु साहिबाना ने अपना नाम नहीं वरतिया, मोहर नानक नाम दी लगी है। हुण गुरु साहिब कहते ने पंचम पिता भाई गुरदास जी नूं भी तुसीं सारियां दी बाणी ते बख-बख करके लिखनी है। हुण पहचान की होएगी, पता किदां चलेगा? कहण लगे ने पढ़ कर आप लिहो पहचानी। साहिब कहते भाई गुरदास नूं आप पढ़ लियो, पछाण लियो। अगे भाई गुरदास ने हाथ जोड़े, कहन लगे हन कहां बुद्ध प्रवृत्ति हमारी। भाई गुरदास ने एकदम हाथ जोड़ के आख्या, कहते गरीबनवाज सच्चे पातशाह, मेरे को इन्नी बुद्धि किथे है? मेरे को इतनी बुद्धि नहीं है, मैं छोटी बुद्धि वाला, मैनू इन्नी सोझी नहीं है, इतना ज्ञान नहीं है, समझ नहीं है। मैं अल्पाग्य जीव किम जानू। मैं अल्पागा, मैं छोटी बुद्धि वाला जीव है, मैं किमें जान सकदा केड़े गुरु दा केड़ा शब्द है, केड़े गुरु दी केड़ी बाणी है। नानक नाम सारियां ने वरतिया, मोहर एको है। और दूसरी गल मैं कल भी अर्ज की सी भी मिलावट हो चुकी सी, मिलावट की जा रही सी और बहुत बड़ी पद्धर ते हो गई सी, पता ही नहीं सी लगता बाणी दा। आ शब्द तुसी सारे आपां पढ़दे आ, कारण कारण प्रभ एक है दूसर ना है ना कोई इत्यादक, इहदे नाल जिहड़े बिल्कुल मिलदे जुलदे शब्द ने कुछ, ते जिहड़े असीं कहने आ भी ये शायद बाणी है, फर्क ही नहीं हैगा। और कल भी अर्ज की सी बई नाम कुमारी नानका चढ़ी रहे दिन रात इत्यादक। इस करके वो कहता मैं अल्पागा, मैं किमें जान सकदा, मैनू किमें पता लगेगा। सतगुरु नूं मोड़ के जदों कहिया ना भी तुसी आप किरपा करके लिखवाओ जी। गुर की गिरा अगम गत मानो। कह लगे गुरु जी दी बाणी ते अगम है, अगाध है, डूंगी है, महान हैगी है, ये मैं किमें पहचानांगा। हृदय अगाध आबाद गंभीर। गुरु साहिब जी दा हृदय आगाध, ज्ञान महान और गंभीर, डूंगे निर्विघन ते गंभीर हैगे सन। इस करके देखो एक होर है भी विचारधारा एक कोई सी, जदों विचारधारा वखरी वखरी होवे ना उदों भी पता लग जाता भी यह बंदे दी ये विचारधारा सी, ये दे शब्द ने, एदी विचारधारा ये सी, ये दे शब्द ने। जदों गुरु नानक साहिब जी की विचारधारा उही है ते धन गुरु अंगद साहिब महाराज की उही है, फर्क कोई नहीं, एक मासा भर भी फर्क नहीं है, तो फिर आप किवें पता करांगे? इत्थे हुण भी नहीं पता लग सकता। मैं दावे नाल कहना उपरला महला डिलीट कर दो, महला दूजा, महला तीजा, महला चौथा, तो पता ही नहीं लगना भी ये बाणी गुरु नानक साहिब जी की है, गुरु अंगद जी की है, जां गुरु अमरदास गुरु रामदास साहिब महाराज की है। तरीका उही, सारा कुछ उही, सिद्धांत एक। इस करके भाई गुरदास जी ने कहा है गिरा रूप सोई गुर तीर। और इस करके कहन लगे धीर जबान गुरु जी बाणी रूप ही हन, ते सतगुरु गुरु अर्जन साहिब महाराज नूं जाणी भाई गुरदास नूं जिहड़ी मुश्किल पेश आउण जा रही है भी मैनू पता किवें लगेगा।
ਔਰ ਮੈਂ ਕਿਵੇਂ ਸਮਝਾਂਗਾ। ਉਹਨਾਂ ਨੇ ਮੋੜ ਕੇ ਕਹਿ ਦਿੱਤਾ ਹੈ, ਬ੍ਰਹਮਾਦਕ ਲਖ ਸਕੈ ਨਾ ਕੋ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਤੇ ਬ੍ਰਹਮਾ ਵੀ ਜਿਹੜਾ ਸੀ ਜਾਣ ਨਹੀਂ ਸਕਦਾ। ਬ੍ਰਹਮਾ ਤੇ ਵਿਚਾਰੇ ਥੱਲੇ ਹੀ ਰਹਿ ਜਾਂਦੇ ਨੇ। ਵੱਖਰੀ ਗੱਲ ਹੈ, ਇਹਨਾਂ ਨੂੰ ਕੋਈ ਰੱਬ ਮੰਨੀ ਜਾਏ, ਪਰ ਗੁਰਬਾਣੀ ਦੀ ਸਟੱਡੀ ਕਰੋਗੇ ਇਹੋ ਜਿਹੇ ਕਰੋੜਾਂ ਹੀ ਬ੍ਰਹਮਾ ਵਿਸ਼ਨੂੰ ਹੋਏ ਨੇ। ਔਰ ਬਾਣੀ ਨੇ ਤੇ ਰੱਬ ਦੀ ਗੱਲ ਕੀਤੀ। ਨਿਰੋਲ ਜੀ ਦੀ ਸਿਰਜਣਾ ਦੇ ਵਿੱਚ ਬ੍ਰਹਮਾ ਆਮ ਫਿਰਦੇ ਨੇ ਤੁਰੇ। ਇਸ ਕਰਕੇ ਤੁਸੀਂ ਸੋਦਰ ਦੀ ਬਾਣੀ ਪੜ੍ਹਦੇ ਹੋ, ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹੋ, ਸੋਦਰ ਦੇ ਅੰਦਰ ਉੱਥੇ ਬ੍ਰਹਮਾ ਵਿਸ਼ਨੂਆਂ ਦਾ ਕਿੱਦਾਂ ਜ਼ਿਕਰ ਆਉਂਦਾ। ਸਾਰੇ ਉਹਨੂੰ ਹੀ ਗਾਉਂਦੇ ਨੇ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ। ਉਹ ਭਗਤੀ ਤੁਹਾਨੂੰ ਯਾਦ ਨੇ। ਸੋ ਜਾਣੀ ਕਿ ਇਹ ਇਤਨੀ ਮਹਾਨ ਬਾਣੀ ਹੈ, ਇਤਨੀ ਉੱਚੀ ਬਾਣੀ ਹੈ, ਗੰਮੀ ਬਾਣੀ ਹੈ। ਇਹਨਾਂ ਨੂੰ ਬ੍ਰਹਮਾ ਵੀ ਇਹਦਾ ਅੰਤ ਨਹੀਂ ਪਾ ਸਕਦਾ। ਬ੍ਰਹਮਾ ਦੇ ਬਾਰੇ ਤੇ ਚਲੋ ਬਾਣੀ ਦੇ ਵਿੱਚ ਬਹੁਤ ਕੁਝ ਹੈ। ਉਹਨੂੰ ਹੰਕਾਰ ਹੋ ਗਿਆ ਸੀਗਾ। ਮੈਥਿਆਲੋਜੀ ਐਸੀ ਹੈ, ਕਹਾਣੀਆਂ ਕਥਾ ਕਹਾਣੀਆਂ ਕੁਝ ਐਸੀਆਂ ਨੇ, ਤੇ ਉਹਨੂੰ ਹੰਕਾਰ ਹੋ ਗਿਆ ਸੀ ਮੈਂ ਸ੍ਰਿਸ਼ਟੀ ਦਾ ਕਰਤਾ। ਕਹਿੰਦੇ ਨੇ ਕਮਲ ਦੀ ਨਾਭੀ ਚੋਂ ਆਵਾਜ਼ ਆਈ ਤੇ ਉਹਨੇ ਲੱਤ ਮਾਰੀ। 18 ਯੁੱਗ ਕਹਿੰਦੇ ਹੇਠਾਂ ਨੂੰ ਜਾਈ ਗਿਆ, 18 ਯੁੱਗ ਉੱਪਰ ਨੂੰ ਅੰਤ ਨਹੀਂ ਪਾ ਸਕਿਆ। ਬਾਬਾ ਜੀ ਨੇ ਬਾਰ-ਬਾਰ ਬ੍ਰਹਮੇ ਦਾ ਜ਼ਿਕਰ ਕੀਤਾ। ਬ੍ਰਹਮਾ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਭਾਈ ਗੁਰਦਾਸ ਨੇ ਕਹਿਆ ਹੈ, ਮੋਹ ਮਹਿ ਕਹਾਂ ਇਤੀ ਮਤ ਹੋ। ਮਤਲਬ ਬ੍ਰਹਮਾ ਵਰਗਿਆਂ ਦੇ ਹੱਥ ਖੜੇ ਹੋ ਸਕਦੇ ਨੇ। ਇੱਥੇ ਮੈਂ ਕੀ ਚੀਜ਼ ਆ, ਮੈਂ ਨਿਮਾਣਾ, ਮੈਂ ਅਲਪੱਗ ਬੇਸਮਝ। ਸਤਿਗੁਰੂ ਆਪ ਤੁਸੀਂ ਕਿਰਪਾ ਕਰਕੇ ਲਿਖਵਾਓ, ਮੈਂ ਤੇ ਸੇਵਾ ਕਰ ਸਕਦਾ, ਪਰ ਮੇਰੇ ਕੋਲ ਇਤਨੀ ਸਮਝ ਨਹੀਂ ਹੈ। ਜੇ ਕਰ ਹੋਵੋ ਆਪ ਸਹਾਈ। ਦੇਖੋ, ਜੇ ਤੁਸੀਂ ਆਪ ਮੇਰੀ ਸਹਾਇਤਾ ਕਰੋ, ਜੇ ਆਪ ਤੁਸੀਂ ਮੇਰੀ ਹੈਲਪ ਕਰੋ, ਮਦਦ ਕਰੋ ਜੀ। ਲਖੋ ਤਤਕ ਜੋ ਦੇਹੋ ਲਖਾਈ। ਮੈਂ ਤਾਂ ਲਿਖ ਸਕਦਾ ਜਿਵੇਂ ਤੁਸੀਂ ਮੈਨੂੰ ਲਿਖਾਓਗੇ, ਪਰ ਮੈਂ ਫੈਸਲਾ ਨਹੀਂ ਕਰ ਸਕਦਾ। ਮੈਂ ਇਹ ਸਮਝ ਨਹੀਂ ਸਕਦਾ ਵੀ ਕਿਹੜਾ ਸ਼ਬਦ ਕਿਹਦਾ ਹੈ, ਕਿਹੜਾ ਕਿਹਦਾ ਇਤਿਆਦਕ। ਭਾਈ ਗੁਰਦਾਸ ਜੀ ਨੇ ਆਖਿਆ ਮੈਂ ਲਿਖਣ ਦੀ ਸੇਵਾ ਕਰਾਂਗਾ, ਉਹ ਮੇਰੇ ਤੋਂ ਤਰਸ ਕਰਕੇ, ਦਇਆ ਕਰਕੇ, ਮਿਹਰ ਕਰਕੇ ਲੈ ਲਵੋ ਜੀ। ਸੁਣ ਪ੍ਰਸੰਨ ਹੋਏ ਬਾਰ ਕੋ ਦੀਨਾ। ਸਤਿਗੁਰੂ ਖੁਸ਼ ਹੋਏ ਨੇ, ਰਹਿਮਤਾਂ ਦੇ ਦਾਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ। ਬਹੁਤ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਖੁਸ਼ ਹੋ ਕੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਆਖਿਆ। ਦੇਖੋ, ਗੁਰੂ ਨੂੰ ਖੁਸ਼ ਕਰਨ ਦਾ ਤਰੀਕਾ ਵੀ ਇਹੀ ਹੈ ਪਿਆਰਿਓ। ਜਦੋਂ ਆਪਾਂ ਕਹਿ ਦਈਏ ਮੈਂ ਨਾਹੀ ਕਛ ਹਉ ਨਹੀਂ ਕਿਛਾਹੇ ਨਾ ਮੋਰਾ, ਹਉਸਰ ਲੱਜਾ ਰਾਖ ਲਿਹੋ ਸਦ ਨਾ ਜਨ ਤੋਰਾ। ਜਦੋਂ ਆਪਾਂ ਇਹ ਕਹਿ ਦਿੰਦੇ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਇਤਿਆਦਕ ਫਿਰ ਖੇਡ ਵਾਪਰਦੀ ਹੈ। ਜਦੋਂ ਆਪਾਂ ਆਖਾਂਗੇ ਵੀ ਮੈਂ ਜਾਣਦਾ, ਮੈਨੂੰ ਪਤਾ, ਮੇਰੀ ਸਟੱਡੀ ਹੈ, ਮੇਰਾ ਗਿਆਨ ਹੈ, ਆ ਜਿਹੜੀ ਮੈਂ ਹੈ ਨਾ, ਗੁਰੂ ਨੂੰ ਠੀਕ ਨਹੀਂ ਲੱਗਦੀ। ਅਕਾਲ ਪੁਰਖ ਦੀ ਨਜ਼ਰਾਂ ਚਾਹੇ ਮਨੁੱਖ ਪ੍ਰਵਾਨਗੀ ਨਹੀਂ ਪ੍ਰਾਪਤ ਕਰ ਸਕਦਾ। ਸਤਿਗੁਰੂ ਦੇ ਆਪਣੇ ਬਚਨ ਨੇ, ਜਬ ਇਹ ਜਾਣੈ ਮਹਿ ਕਿਛ ਕਰਤਾ, ਤਬ ਲਗ ਗਰਭ ਜੋਹਨ ਮਹਿ ਫਿਰਤਾ। ਜਦੋਂ ਤੱਕ ਮੈਂ ਕਰੇਗਾ, ਮੈਂ ਕੀਤਾ, ਮੈਂ ਕਰ ਸਕਦਾ, ਮੈਂ ਉਹਨਾਂ ਚਿਰ ਚੱਕਰਾਂ 'ਚ ਪਿਆ ਰਹੇਗਾ। ਇਸ ਕਰਕੇ ਇੱਥੇ ਮੈਂ ਨਹੀਂ। ਭਾਈ ਗੁਰਦਾਸ ਨੇ ਕਹਿਤਾ ਸਤਿਗੁਰੂ ਮੈਂ ਕੀ ਕਰ ਸਕਦਾ, ਮੇਰੇ ਕੋਲ ਇੰਨੀ ਸਮਝ ਨਹੀਂ ਹੈ, ਤੁਸੀਂ ਆਪ ਕਿਰਪਾ ਕਰੋ। ਗੁਰੂ ਨੂੰ ਇਹ ਨਿਮਰਤਾ ਪਸੰਦ ਆਉਂਦੀ ਹੈ। ਔਰ ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਇਸ ਕਰਕੇ ਇੱਥੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ, ਪ੍ਰਸੰਨਤਾ ਦੇ ਘਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਜੀ। ਸ੍ਰੀ ਗੁਰ ਪਰਮ ਕਿਰਪਾਲ ਪ੍ਰਵੀਨਾ। ਔਰ ਪ੍ਰਵੀਨ ਸਤਿਗੁਰੂ ਨੇ, ਚਤੁਰ ਸਤਿਗੁਰੂ ਨੇ, ਸਮਰੱਥ ਸਤਿਗੁਰੂ ਨੇ ਫਿਰ ਭਾਈ ਗੁਰਦਾਸ ਜੀ ਤੇ ਖੁਸ਼ੀਆਂ ਪ੍ਰਗਟ ਕਰਦਿਆਂ ਬਚਨ ਕਰੇ ਹਨ। ਜਤਾ ਪੁੱਤਰ ਹੋਵੇ ਘਰ ਬਾਹਰ। ਆ ਸੁਣਿਓ ਜੀ ਐਗਜ਼ਾਮਪਲ ਨੂੰ, ਸੁਣਿਓ ਬੜੇ ਧਿਆਨ ਨਾਲ ਉਦਾਹਰਨ। ਗੁਰੂ ਸਾਹਿਬ ਨੇ ਬੜੇ ਕਮਾਲ ਦੀ ਗੱਲ ਕੀਤੀ ਹੈ। ਕਹਿੰਦੇ ਭਾਈ ਗੁਰਦਾਸ ਇਹ ਤੇ ਠੀਕ ਹੈ, ਪਰ ਜਥਾ ਪੁੱਤਰ ਹੋਵੇ ਘਰ ਬਾਹਰ, ਜਿਵੇਂ ਪੁੱਤਰ ਘਰ ਤੋਂ ਬਾਹਰ ਹੋਵੇ, ਇਹ ਆਪਾਂ ਸਮਝ ਸਕਦੇ ਹਾਂ, ਸੌਖੀ ਐਗਜ਼ਾਮਪਲ ਹੈ। ਤੇ ਅੰਤਰ ਮਾਤਾ ਪਿਤਾ ਅਜ਼ਾਹਰ, ਜ਼ਾਹਰ ਦਾ ਅਰਥ ਹੁੰਦਾ ਪ੍ਰਗਟ, ਅਜ਼ਾਹਰ ਦਾ ਅਰਥ ਹੁੰਦਾ ਲੁਕਵੇਂ ਰੂਪ ਦੇ ਵਿੱਚ। ਮਾਤਾ ਪਿਤਾ ਅੰਦਰ ਹੋਣ, ਕਮਰੇ 'ਚ ਰੂਮ 'ਚ ਹੋਣ, ਗੇਟ ਲੱਗਿਆ ਹੋਵੇ, ਪਰਦਾ ਹੋਵੇ, ਮਤਲਬ ਬੱਚਾ ਬਾਹਰ ਹੋਵੇ ਜੀ। ਅਪਰ ਕੁਟੰਬ ਜੋ ਬੋਲੇ ਬਾਤੀ। ਔਰ ਹੋਰ ਪਰਿਵਾਰ ਜੋ ਗੱਲਾਂ ਕਰੇਗਾ, ਮਤਲਬ ਅੰਦਰ ਪੇਰੈਂਟਸ ਨੇ, ਅੰਦਰ ਹੋਰ ਪਰਿਵਾਰ ਦੇ ਮੈਂਬਰ ਨੇ, ਭੈਣ ਭਰਾ ਜੋ ਵੀ ਹੈ, ਤੇ ਬੱਚਾ ਬਾਹਰ ਹੈ।
ਤੇ ਜਦੋਂ ਅੰਦਰ ਸਾਰਾ ਉਹ ਕੁਟੰਬ ਜਿਹੜਾ ਹੈ ਆਪਰ ਕੁਟੰਬ ਹੋਰ ਪਰਿਵਾਰ ਜਦੋਂ ਆਪਸ ਵਿੱਚ ਹੀ ਗੱਲਾਂ ਕਰਨਗੇ ਵਿਚਾਰਾਂ ਹੋਵਣਗੀਆਂ ਉਹਨਾਂ ਦੀ ਆਵਾਜ਼ ਬਾਹਰ ਆਵੇ ਤੇ ਫਿਰ ਸਤਿਗੁਰੂ ਕਹਿੰਦੇ ਹਨ ਜਾਣ ਲਹੇ ਬਾਲਕ ਬਖਿਆਤੀ। ਤਾਂ ਜਿਹੜਾ ਬਾਹਰ ਬੱਚਾ ਹੈ ਨਾ ਉਹ ਪਛਾਣ ਲੈਂਦਾ, ਉਹਨੂੰ ਪਹਿਚਾਣ ਹੋ ਜਾਂਦੀ ਹੈ, ਭਾਵੇਂ ਛੋਟਾ ਜਿਹਾ ਬੱਚਾ ਹੀ ਕਿਉਂ ਨਾ ਹੋਵੇ, ਜਿੰਨੀ ਮਰਜ਼ੀ ਛੋਟੀ ਉਮਰ ਦਾ ਹੈ ਤੇ ਸਤਿਗੁਰੂ ਕਹਿੰਦੇ ਉਹ ਪਛਾਣ ਲੈਂਦਾ ਹੈ। ਕੋ ਨਰ ਬੁਝ ਹੈ ਅੰਤਰ ਭਾਉਨ। ਕੋਈ ਬੰਦਾ ਉਹਨੂੰ ਪੁੱਛੇ ਵੀ ਕਾਕਾ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ, ਅੰਦਰ ਜਿਹੜਾ ਸੀ ਪੁੱਛੇ ਵਾਰੀ ਵਾਰੀ ਆਵਾਜ਼ ਬੁਲਾ ਕੇ, ਭਾਵ ਅੰਦਰੋਂ ਦੀ ਮਾਤਾ ਬੈਠੀ ਉਹਨੂੰ ਆਖੇ ਵੀ ਤੂੰ ਬੋਲੀ, ਬੱਚੇ ਨੂੰ ਕਹਿ ਦੇਵੇ ਪਛਾਣੀ ਤੂੰ ਕੌਣ ਬੋਲਿਆ ਹੈ। ਕੌਣ ਕੌਣ ਬੋਲ ਹੈ ਕਹਿ ਤਾਨ। ਔਰ ਕੌਣ ਕੌਣ ਬੋਲਦਾ ਤੇ ਬੱਚਾ ਜਦੋਂ ਸੁਣੇਗਾ ਅੰਦਰਲੀਆਂ ਆਵਾਜ਼ਾਂ ਨੂੰ, ਛੋਟਾ ਜਿਹਾ ਬੱਚਾ ਦਿਸਦਾ ਕੁਝ ਨਹੀਂ, ਕਮਰਾ ਭਾਵੇਂ ਬੰਦ ਹੈ, ਪੜਦੇ ਨੇ ਅੰਦਰ ਕਈ ਜੀ ਬੈਠੇ ਨੇ, ਆਵਾਜ਼ ਜਦੋਂ ਆਏਗੀ ਬੱਚਾ ਸੁਣੇਗਾ ਤੇ ਕੀ ਦੱਸੇਗਾ, ਕਹਿੰਦੇ ਹਨ ਅਬ ਬਾਲਕ ਸੁਣ ਜਾਉਨ ਅਲਾਵੈ। ਜਦੋਂ ਮਾਂ ਬੋਲੇਗੀ ਬੱਚਾ ਬਾਹਰ ਹੈ, ਉਹਨੂੰ ਪਛਾਣ ਆਪਣੀ ਮਾਂ ਦੀ। ਬੱਚਾ ਤੇ ਦੁੱਧ ਚੁੰਗਦਾ ਪਛਾਣ ਲੈਂਦਾ, ਗੋਦ ਵਿੱਚ ਬੈਠਾ ਬੱਚਾ ਪਛਾਣ ਲੈਂਦਾ, ਤੇ ਮਾਂ ਦੀ ਆਵਾਜ਼, ਮਾਂ ਕਿਤੇ ਕਿਚਨ ਚ ਹੈ, ਰਸੋਈ ਚ ਹੈ, ਵਾਸ਼ਰੂਮ ਚ ਹੈ, ਕੱਪੜੇ ਧੋਂਦੀ ਹੈ, ਕੋਈ ਕੰਮ ਕਰਦੀ ਹੈ, ਬੱਚਾ ਰੋਵੇ ਨਾ ਤੇ ਮਾਂ ਇੱਕ ਵਾਰੀ ਆਵਾਜ਼ ਦੇਵੇ, ਉਹਦਾ ਬੱਚਾ ਪਤਾ ਲੱਗ ਜਾਂਦਾ ਬੱਚੇ ਨੂੰ ਮੇਰੀ ਮਾਂ ਹੈਗੀ ਹੈ, ਮੇਰੀ ਮਾਂ। ਤਾਂ ਐਵੇਂ ਨਹੀਂ ਸਤਿਗੁਰਾਂ ਨੇ ਬਾਣੀ ਚ ਆਖਿਆ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਪਹਿਵ, ਚੌਥੇ ਪਿਆਰ ਉਹ ਪੰਨੀ ਖੇਡ। ਸਭ ਤੋਂ ਪਹਿਲਾਂ ਇੱਕ ਸਮਾਂ ਹੁੰਦਾ ਜਦੋਂ ਬੱਚਾ ਨਿਊ ਬੋਰਨ ਬਿਲਕੁਲ ਨਵੇਂ ਉਹਦਾ ਜਨਮ ਹੋਇਆ, ਉਦੋਂ ਉਹਨੂੰ ਨਹੀਂ ਪਤਾ ਹਾਲੇ, ਉਦੋਂ ਉਹਨੂੰ ਸਿਰਫ ਦੁੱਧ ਦਾ ਪਤਾ ਹੈ, ਸਥਨਾਂ ਦਾ ਪਤਾ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ। ਸ਼ਾਇਦ ਇਸ ਕਰਕੇ ਨਿਊ ਬੋਰਨ ਬੱਚੇ ਕਈ ਵਾਰੀ ਇਧਰ ਉਧਰ ਬਦਲ ਵੀ ਜਾਂਦੇ, ਪਰ ਉਦੋਂ ਬਾਅਦ ਜਿਹੜੀ ਹੈ ਫਿਰ ਮਾਂ ਦੀ ਪਛਾਣ ਹੁੰਦੀ ਆ, ਉਹਨੂੰ ਪਛਾਣਨ ਲੱਗ ਜਾਂਦਾ, ਆਪਣੀ ਮਾਂ ਦੀ ਗੋਦ ਦੇ ਵਿੱਚ ਜਾਂਦਾ ਤੇ ਚੁੱਪ ਹੋ ਜਾਂਦਾ, ਕੋਈ ਹੋਰ ਚੱਕ ਲੈ ਤੇ ਚੀਖਾਂ ਮਾਰਦਾ। ਚਲੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਗੁਰਦਾਸ ਨੂੰ ਕਹਿ ਰਹੇ ਨੇ, ਕਹਿਣ ਲੱਗੇ ਏਦਾਂ ਬੱਚਾ ਫਿਰ ਉਹ ਪਛਾਣ ਲੈਂਦਾ ਵੀ ਇਹ ਆਵਾਜ਼ ਮੇਰੀ ਮਾਤਾ ਦੀ ਹੈਗੀ ਹੈ। ਪ੍ਰਥਕ ਪ੍ਰਥਕ ਕਰਤਾ ਹੈ ਬਤਾ। ਆ ਮੇਰੀ ਮਾਂ ਦੇ ਸ਼ਬਦ, ਮਾਂ ਬੋਲਦੀ ਹੈ, ਮੇਰਾ ਪਿਤਾ ਹੈਗਾ। ਪ੍ਰਥਕ ਪ੍ਰਥਕ ਵੱਖ ਵੱਖ ਆਵਾਜ਼ਾਂ ਪਛਾਣ ਲੈਂਦਾ ਜੀ। ਇਹ ਮਮ ਪਿਤਾ ਬਾਕ ਇਹ ਮਾਤਾ। ਉਹ ਕਹੇਗਾ ਵੀ ਇਹ ਮੇਰੇ ਪਿਤਾ ਜੀ ਦੇ ਬਚਨ ਨੇ, ਆ ਮੇਰੀ ਮਾਤਾ ਜੀ ਦੀ ਬੋਲੀ ਹੈਗੀ ਹੈ, ਇਹ ਮੇਰੀ ਮਾਂ ਬੋਲ ਰਹੀ ਹੈ। ਇਹ ਭਗਨੀ ਬਚ ਇਹ ਕਹਿ ਭਰਾਤਾ। ਭਗਨੀ ਦਾ ਅਰਥ ਭੈਣ ਹੈ, ਭਰਾਤਾ ਦਾ ਅਰਥ ਭਰਾ ਹੈ। ਇਹ ਮੇਰੀ ਭੈਣ ਦੇ ਬੋਲ ਨੇ, ਆ ਮੇਰੇ ਭਰਾ ਜਿਹੜੀ ਆਵਾਜ਼ ਹੈਗੀ ਹੈ। ਸਮਝਣਗੇ ਹੋਏ ਸਾਵਧਾਨ। ਔਰ ਇਸ ਤਰ੍ਹਾਂ ਜਿਹੜਾ ਸੀ ਉਹ ਸਮਝ ਲੈਂਦਾ, ਭਾਵ ਉਹਨੂੰ ਪਹਿਚਾਣ ਹੁੰਦੀ ਹੈ। ਲਿਖ ਗੁਰਬਾਣੀ ਸਫਲ ਮਹਾਨ। ਸਤਿਗੁਰੂ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇਸ ਤਰ੍ਹਾਂ ਤੁਸੀਂ ਸਾਵਧਾਨ ਹੋਵੋ ਔਰ ਗੁਰਬਾਣੀ ਲਿਖ ਕੇ ਮਹਾਨ ਸਫਲਤਾ ਪ੍ਰਾਪਤ ਕਰੋ। ਤੁਸੀਂ ਆਖੋਗੇ ਵੀ ਗੱਲ ਕੀ ਚੱਲ ਰਹੀ ਸੀ ਵਿੱਚ, ਆ ਇੱਕ ਬੱਚੇ ਦੀ ਉਦਾਹਰਨ ਦਿੱਤੀ ਹੈ, ਮਾਂ ਦੇ ਸ਼ਬਦਾਂ ਨੂੰ ਪਛਾਣਨ ਦਾ, ਪਿਤਾ ਦੇ ਨੂੰ। ਬੜੇ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਹਨ, ਇਹ ਸੁਣ ਕੇ ਭਾਈ ਗੁਰਦਾਸ ਤੁਹਾਨੂੰ ਤੁਸੀਂ ਇਸ ਤਰ੍ਹਾਂ ਦੀ ਭਾਵਨਾ ਬਣਾਓ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ ਨਾ, ਕਹਿੰਦੇ ਨੇ ਧਰਿਓ ਸੀਸ ਪਦ ਪੰਕਜ, ਆ ਸਤਿਗੁਰੂ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਭਾਈ ਗੁਰਦਾਸ ਨੇ ਸਿਰ ਝੁਕਾਤਾ। ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਵੀ ਨਾ ਨੁੱਕਰ ਨਹੀਂ, ਕੋਈ ਬਹੁਤਾ ਤਰਕ ਨਹੀਂ ਹੈ। ਭਾਈ ਗੁਰਦਾਸ ਜੀ ਨੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਸਿਜਦਾ ਕੀਤਾ ਵੀ ਸਤ ਬਚਨ ਸਤਿਗੁਰੂ ਕਿਰਪਾ ਆਪਨੇ ਕਰਨੀ ਹੈ, ਕਲਾ ਆਪ ਜੀ ਦੀ ਵਾਪਰਨੀ ਹੈ, ਹੁਕਮ ਮੰਨਿਆ ਹੈ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਇਹਨਾਂ ਨੇ ਭਾਈ ਗੁਰਦਾਸ ਨੇ ਨਮਸਕਾਰ ਕੀਤੀ ਨਾ ਸਾਹਿਬ ਦੇ ਚਰਨਾਂ ਤੇ, ਕਿਰਪਾ ਦ੍ਰਿਸ਼ਟੀ ਕੀਤੀ ਹੈ, ਰਹਿਮਤ ਭਰੀ ਨਜ਼ਰ, ਬਖਸ਼ਿਸ਼ ਭਰੀ ਨਦਰ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਹੋਰਾਂ ਤੇ ਕਰ ਦਿੱਤੀ ਹੈ। ਤੀਨ ਕਾਲ ਗਿਆਤਾ ਹੋਇਆ ਆਈ। ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਪੂਰਾ ਵੀ ਸ਼ੱਕ ਕਰਨ ਦੀ ਲੋੜ ਨਹੀਂ ਹੈ, ਕੋਈ ਡਾਊਟ ਨਹੀਂ ਰਹਿਣਾ ਚਾਹੀਦਾ। ਵੱਖਰੀ ਗੱਲ ਹੈ ਵੀ ਸ਼ੰਕਾਵਾਦੀਆਂ ਨੇ ਸ਼ੰਕੇ ਖੜੇ ਕਰਤੇ, ਪਰ ਗੁਰੂ ਦੀ ਨਜ਼ਰ ਹੋ ਜਾਏ ਨਾ, ਸਾਰਾ ਕੁਝ ਦੇ ਵਿੱਚ ਆ ਜਾਂਦਾ। ਜਿਹਨੂੰ ਭਾਈ ਸਤਿਗੁਰਾਂ ਨੇ ਲਿਖਿਆ ਵੀ ਲੱਖਾਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ, ਗੁਰੂ ਨਜ਼ਰ ਕਰ ਦੇਵੇ ਤੇ ਸਾਰਾ ਕੁਝ ਸੰਭਵ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਪਰ ਉਹਦੀ ਨਜ਼ਰ ਸਿੱਧੀ ਹੋਵੇ ਫਿਰ ਸਾਰੇ ਮਸਲੇ ਹੱਲ, ਸਾਰੀਆਂ ਖੇਡਾਂ ਵਾਪਰ ਜਾਂਦੀਆਂ ਨੇ। ਖਿਮਾ ਕਰਨਾ, ਕਿਤੇ ਗੁਰੂ ਦੀ ਨਜ਼ਰ ਉਹ ਪੱਠੀ ਹੋ ਜਾਏ ਫਿਰ ਉਹ ਕੁਝ ਹੋ ਜਾਂਦਾ ਹੈ।
नदर ओ पट्ठी जे करे सुल्ताना कहा हो कराएंदा दर मंगन भिख ना पाएंदा। बहुत सारिया हवाले दिते जा सकते हैं भी इत्थे गुरु की नज़र सीधी है तो देखो की वापरिया, इत्थे गुरु की नज़र ओ पट्ठी हो गई है देखो की हो गया। इस करके गुरु ने की है नज़र सवली। ते भाई साहब जी लिखते ने कहते ने जदों गुरु ने नज़र की तिन्ना कालां दी सोझी हो गई है। मनदे हो? मनना पैना है। और तुसी इतिहास नूं बाचोगे विचारोगे गुरबाणी दी कुछ पंक्तियां कोट कीतियां जा सकदियां ने। तिन्ना कालां दी सोझी पास्ट टेंस प्रेजेंट और फ्यूचर भूतकाल वर्त ते भविष्यत काल दा पता लग जाता है। बखरी गल है भी जदों मनुख नूं इत्थों तक पहुंच जाए ना, वैसे इत्थे तक पहुंचदा नहीं है, जदों कोई पहुंच जाता है फिर वो अपने आप नूं छुपा लैंदा, रौला नहीं पाउंदा। बस फर्क है उन्होंने सोझी हो जाती है भी अगां की होना पिछां की होया है और हुण की है, उन्होंने पता लग जाता है। पर वो रौला नहीं पाउंदा, खौरू नहीं पाउंदा, धरती नहीं पटदा, वो शांत रहिंदा सहज विच, जिन्हों आपां कहने भी होए नजीक खुदाए दे भेत न किसै देण। किन्नियां साखियां सुना सकते हैं। गुरमुखां नूं पता लग जाता भी आ कल नूं की होना है, पर वो चुप रहिंदे ने। पता हुंदा उन्हां नूं अपनी सहज अवस्था दे विच ते दूर ना जाओ। गुरु गोबिंद सिंह महाराज नूं की पता नहीं सी भी की होना है। आपां कल नूं धन गुरु गोबिंद सिंह महाराज जी दे पावन प्रकाश पुरब नूं समर्पित अखंड पाठ साहिब की तैयारी हो चुकी है। सारियां कल नूं जिहड़ी अखंड पाठ साहिब प्रारंभ होने ने। मैं टूक मात्र जिक्र करदे हां भी कि गुरु साहिब नूं पता नहीं सी भी की होना। पता ती साडे ते की वापरना, साडे परिवार ते की वापरना, आनंदां दी पुरी ते की वापरना, पर सतगुरु सहज विच सन। ते तुहानूं पता भी माता जीतो जी ने एक बारी कहता सी टूक मात्र ही, ते सतगुरु साहिब सच्चे पातशाह तुसीं होरां ते किरपा कर दिओ, मेरे ते किरपा करो, मेरी भी समाधि लगन लग जाए। सतगुरु कहंदे जीतो ठीक है सारा कुछ, राजा च रहीदा इत्यादक। चलो समाधि लगन लग गई। कहंदे एक बार माता जीतो नूं आउण वाले समय दा ज्ञान हो गया, सारी सोझी हो गई भी आनंदां दी पुरी नूं घेरे भी पैणे ने, फौजां ने घेरना, परिवार दे विछोड़े पैणे ने, साहिबजादियां दी एडियां दर्दनाक शहीदियां होणियां ने। और उन्होंने आख्या भी सतगुरु आ की मेरे तो ये दिन नहीं देखे जाने। कहन लगे जी तो तेनू की आख्या सीगा भी ये कुछ होएगा? वो कहती रोको, फिर कहते नहीं। कहन दा भाव इतिहास में कुछ जिक्र आंदा है वो पहला शरीर छड्ड गए सन माता जीतो जी, तुहानूं पता होना है। बहुत छोटे सन साहिबजादे, उदों 1 साल दा सी कहंदे ने साहिबजादा बाबा फतेह सिंह। चलो इत्थे मैं तां बेनती कर 3 कालां दी सोझी हो जाती है, पर जिन्हां नूं हो जाओ रौला नहीं पाउंदे, ते जिन्हां नूं एक पता ही नहीं हुंदा भी मेरे नाल की वापरना, वो एवें रौला पाई जांदे ने। जिहड़ियां पत्रियां जिहां बाचदे ने ना, टीवी चैनल मुੱਲ खरीदे हुए ने, इन्हां ने लम्मा चौड़ा व्यापार है। कहो तुहानूं तुहाडा फ्यूचर दसदे आ, तुहाडा भविख दसदे आ, लम्मा चौड़ियां फीसां ने इन्हां दियां, और बकायदा अपॉइंटमेंट लैनी पैंदी है। कख नहीं, सब व्यापार है, कुछ नहीं पता किन्ने फड़े जाते हैं। रात नूं कुछ होर कहंदे ने, सवेर नूं जेल च हुंदे ने। रात नूं कुछ होर हुंदे ने, सवेर नूं केस चलदे हुंदे ने, अगले कुट मार के जलूस निकलदा हुंदा है। जे इन्हां नूं इन्ना पता होवे तां इन्हां नाल क्यों ऐसा हो गया? जिन्हां नूं नहीं पता वो एवें रौला पाई जाते हैं। असल में जिन्हां नूं पता हुंदा है वो ते सहज विच। चलो भाई गुरदास आप सबजैक्ट ते रहीए। गुरु अर्जन साहिब महाराज ने कीती है शवली नादर, ते भाई गुरदास जी नूं 3 कालां दी सोझी, 3 कालां दा ज्ञान हो गया है। कागज के सुधार कर पत्रे। फिर उदों बाद हुण कहंदे ठीक है सतगुरु सत बचन, सारियां तैयारियां हो गईयां। ग्रंथ साहिब दी संपादना दा कारज प्रारंभ होण लग्गिआ। सब तो मुख लोड़ है कागज दी। उन्हां समयां च कागज अज वांग नहीं सी हुंदा, हुण तां मशीनी युग है, कंप्यूटर युग है। हुण तां वैसे कागज दी भी लोड़ घट, सारा कुछ हो गया, ई पेपर सारा कुछ चल पिया। कागज दी जिहड़ा सी कागज तैयार लिआया, जिहड़ा सी कागज के सुधार कर पत्रे, कागज दे पत्रियां नूं सुधारिया गया। उन्हां समयां च अज तो देखो तुसीं 400 450 साल पहला क्यासो भी किस तरह का समा होएगा, किदां कागज का प्रबंध किया होना है। चलो भाई साहब जी लिखते ने, कहन लगे सारा कागज दे पत्रे सुधारे ने तैयार किए हन। और चिर प्रमाण कीन तब कतरे, वो सारे कतर के बराबर दे बनाए ने जिल, क्योंकि उन्होंने सारे बराबर दे पेज भर के बनाए ने जिन्हां दे उपर बाणी नूं लिखिया जाना है। पाए नीर स्याही कर तैयारी, फिर जिहड़ा सीगा पाए नीर पानी पा के स्याही तैयार कीती है।
ਆਪਾਂ ਸੌਖੇ ਹੀ ਕਹਿ ਦਿੰਦੇ ਆ, ਵੈਸੇ ਸਿਆਹੀ ਉਹ ਸਪੈਸ਼ਲ ਸਿਆਹੀ ਹੁੰਦੀ ਸੀ। ਪੁਰਾਤਨ ਸਰੂਪ ਤੁਸੀਂ ਹੁਣ ਦੇਖੋ, ਗੁਰੂ ਸਾਹਿਬਾਨਾਂ ਦੇ ਵੇਲੇ ਦੇ ਉਹਨਾਂ ਦੇ ਹੱਥ ਲਿਖਤ ਸਰੂਪ ਅੱਜ ਵੀ ਤੁਸੀਂ ਵੇਖੋ ਨਾ, ਮੋਤੀਆਂ ਦੇ ਵਾਂਗ ਪੜ੍ਹੇ ਜਾ ਸਕਦੇ ਨੇ। ਮੋਤੀਆਂ ਵਾਂਗ ਅੱਖਰ ਨੇ, ਸ਼ਾਈਨਿੰਗ ਉਹਨਾਂ ਦੀ ਇੰਨੀ ਚਮਕ ਵੀ ਹੈ। ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿਹੜਾ ਸੀਗਾ ਪੱਕਾ ਚਾਕ ਲੈ ਲਓ, ਪੱਕਾ ਪਰਮਾਨੈਂਟ ਕਲਰ ਨਾਲ ਲਿਖ ਲਓ, ਤੇ ਉਹਦਾ ਸਾਲ 6 ਮਹੀਨਿਆਂ ਬਾਅਦ ਤੁਸੀਂ ਦੇਖ ਲਓ ਕੀ ਹੁੰਦਾ। ਮੈਂ ਤਾਂ ਬੇਨਤੀ ਕਰ ਰਿਹਾ, ਮੈਂ ਕੁਝ ਪੁਰਾਤਨ ਸਰੂਪਾਂ ਦੇ ਜਿਹੜੇ ਦਰਸ਼ਨ ਕੀਤੇ ਨੇ ਗੁਰੂ ਸਾਹਿਬਾਨਾਂ ਦੇ ਵੇਲੇ ਦੇ, ਹੋਰ ਛੱਡੋ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਜਿਹੜੇ ਗ੍ਰੰਥ ਲਿਖ ਗਏ, ਉਹਨਾਂ ਦੇ ਕੁਝ ਅੰਗਾਂ ਦੇ ਉੱਪਰ ਨਾ ਸੋਨਾ ਭਸਮ ਜਿਹੜਾ ਸੀ ਪਦਮ ਇਤਿਆਦਿਕ, ਉਹ ਸਾਰਾ ਕੁਝ ਕਢਾਈ ਕੀਤੀ ਗਈ, ਰੰਗਦਾਰ ਪੇਜ ਬਣਾਏ ਗਏ, ਬਹੁਤ ਸ਼ਾਈਨਿੰਗ ਹੈ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਆਪਾਂ ਆਖਦੇ ਆ, ਵੱਡੇ ਬਾਬਾ ਜਿਨ੍ਹਾਂ ਨੂੰ ਪੰਥ ਵਿੱਚ ਕਿਹਾ ਜਾਂਦਾ ਹੈ, ਦਮਦਮਾ ਸਾਹਿਬ, ਉਹ ਸਰੂਪ ਹਾਲੇ ਤੱਕ ਵੀ ਸੁਸ਼ੋਭਿਤ ਹੈ। ਭਾਵੇਂ ਬਹੁਤ ਬਿਰਧ ਹੋ ਚੁੱਕੇ ਹੈ, ਅੰਗ ਬਿਰਧ ਹੋ ਚੁੱਕੇ ਨੇ, ਤੇ ਉਹ ਛੇਤੀ ਹੁਣ ਪ੍ਰਕਾਸ਼ ਨਹੀਂ ਕਰਦੇ, ਉਹ ਸੁਖਾਸਨੀ ਕਰਕੇ ਜਿਹੜਾ ਸੀ ਰੱਖਿਆ ਜਾਂਦਾ ਹੈ ਪੱਕੇ ਤੌਰ ਤੇ, ਪਰ ਉਹ ਸਰੂਪ ਉੱਥੇ ਹੈ। ਉੱਥੇ ਬਹੁਤ ਵੱਡੀ ਗਿਣਤੀ ਸਰੂਪ ਹੈਗੇ ਨੇ। ਸਾਰੇ ਸਰੂਪਾਂ ਦੀ ਜਦੋਂ ਸੇਵਾ ਸੰਭਾਲ ਕਰੀਦੀ ਹੈ, ਉਹ ਸਿਆਹੀ ਹਾਲੇ ਵੀ, ਉਹ ਪੁਰਾਤਨ ਬਾਬਾ ਦੀਪ ਸਿੰਘ ਵੇਲੇ ਦਾ ਮੈਂ ਬੇਨਤੀ ਕਰ ਰਿਹਾ ਵੀ ਉਹ ਸਰੂਪ ਦੇ ਅੱਖਰ ਗੂੜੇ ਨੇ, ਭੋਰਾ ਸਿਆਹੀ ਫਿੱਕੀ ਨਹੀਂ ਪਈ, ਭੋਰਾ ਵੀ। ਜਿਹੜੇ ਪੁਰਾਤਨ ਸਰੂਪ ਸੀਗੇ ਨਾ, ਉਹਨਾਂ ਦੇ ਅਖੀਰਲੇ ਪੇਜ, ਬਾਣੀ ਦੀ ਜਦੋਂ ਸਮਾਪਤੀ ਹੋ ਜਾਂਦੀ ਹੈ, ਪਿੱਛੇ ਕੁਝ ਪੇਜ ਵਾਧੂ ਸੀ ਜਿੱਥੇ ਲਿਖਿਆ ਹੁੰਦਾ ਸੀ ਸਿਆਹੀ ਤਿਆਰ ਕਰਨ ਦੀ ਵਿਧੀ। ਹਾਲੇ ਤੱਕ ਵੀ ਤੁਸੀਂ ਕੋਈ ਸਰੂਪਾਂ ਦਰਸ਼ਨ ਕਰ ਸਕਦੇ ਹੋ। ਸਿਆਹੀ ਤਿਆਰ ਕਰਨ ਦੀ ਵਿਧੀ, ਬਕਾਇਦਾ 1.5 ਪੇਜ ਤੇ ਸਿਆਹੀ ਤਿਆਰ ਕਰਨ ਦਾ ਢੰਗ, ਬਈ ਉਹਦੇ ਵਿੱਚ ਕੀ ਕੀ ਪਾਇਆ ਜਾਏ, ਦੇਸੀ ਤਰੀਕੇ ਦੇ ਨਾਲ। ਕੱਲਾ ਇਹਦੀ ਵੀ ਪਾਣੀ ਲਿਆ ਤੇ ਹੋਰ ਸਿਆਹੀ ਜੀ ਲਈ ਤੇ ਘੋਲ ਘੋਲ ਕਰਕੇ ਤੇ ਚਲੋ ਜੀ ਲਿਖੋ। ਇਹ ਸਦੀਆਂ ਪਰ ਤਾਂ ਜਿਹੜਾ ਸੀ ਇਹ ਜਿਹੜੇ ਅੱਖਰ ਨੇ ਚਮਕਦੇ ਨੇ। ਇੰਨੇ 100 ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਜਿਹੜਾ ਫਰਕ ਨਹੀਂ ਪਿਆ। ਸਿਆਹੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਜਾਂਦੀ ਸੀ, ਮਾਹਰ ਤਿਆਰ ਕਰਦੇ ਸਨ, ਉਹਦਾ ਨੁਕਸਾ ਸੀ, ਇੱਕ ਉਹਦਾ ਫਾਰਮੂਲਾ ਸੀ। ਉਹ ਫਾਰਮੂਲਾ ਹੁਣ ਵੀ ਪੁਰਾਤਨ ਗ੍ਰੰਥਾਂ ਦੇ ਅਖੀਰਲੇ ਅੰਗਾਂ ਤੇ ਤੁਸੀਂ ਵੇਖ ਸਕਦੇ ਹੋ। ਮੈਂ ਤਾਂ ਬੇਨਤੀ ਕਰਨੀ, ਇੱਥੇ ਕਹਿੰਦੇ ਨੇ ਕਾਗਜ਼ ਪਲੱਸ ਸਿਆਹੀ ਦਾ ਜ਼ਿਕਰ ਹੋਇਆ ਹੈ। ਕਹਿੰਦੇ ਨੇ ਰੁਚਰ ਪ੍ਰਮਾਨ ਕੀਨ ਸਭ ਕਤਰੇ ਪਾਏ ਨੀਰ ਸਿਆਹੀ ਕਰ ਤਿਆਰੀ, ਸਿਆਹੀ ਪੱਕੀ ਤਿਆਰ ਕੀਤੀ ਹੈ। ਗੁਰੂ ਸਿਮਰਨ ਲੇਖਣ ਕਰ ਧਾਰੀ। ਫਿਰ ਜਿਹੜਾ ਸੀ ਲਿਖਣਾ ਪ੍ਰਾਰੰਭ ਕਰਨਾ ਹੈ, ਕਾਗਜ਼ ਸਿਆਹੀ ਉਹ ਸਾਰਾ ਮੈਟੀਰੀਅਲ, ਸਾਰੀ ਸਮੱਗਰੀ ਦਾ ਪ੍ਰਬੰਧ ਹੋਇਆ ਜੀ। ਸ੍ਰੀ ਅਰਜਨ ਪੋਥੀ ਤਬ ਖੋਲੀ। ਦੇਖੋ ਹੁਣ ਇੱਥੇ ਭਾਈ ਸਾਹਿਬ ਸੰਖੇਪ 'ਚ ਜਾ ਰਹੇ ਨੇ ਤੇ ਸਾਰੀ ਤਿਆਰੀ ਹੋ ਗਈ ਹੈ। ਕਲਮਾਂ, ਕਾਗਜ਼, ਸਿਆਹੀ, ਲਿਖਾਰੀ ਹੈਗੇ ਨੇ, ਲਿਖਾਉਣ ਵਾਲੇ ਸਤਿਗੁਰੂ ਨੇ। ਲਿਖਣਾ ਕੀ ਆ, ਉਹ ਬਾਣੀ ਦੀਆਂ ਪੋਥੀਆਂ ਉਹਨਾਂ ਦੇ ਪਾਸ ਨੇ, ਸਾਰਾ ਕੁਝ। ਫਿਰ ਕਹਿੰਦੇ ਨੇ ਸ੍ਰੀ ਅਰਜਨ ਪੋਥੀ ਤਬ ਖੋਲੀ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀਗਾ ਅਕਾਲ ਪੁਰਖ ਨੂੰ ਧਿਆ ਕੇ, ਪਰਮੇਸ਼ਰ ਨੂੰ ਧਿਆ ਕੇ, ਉਹ ਪੋਥੀ, ਕਿਉਂਕਿ ਪਹਿਲਾਂ ਸਾਰੀ ਬਾਣੀ ਪੋਥੀਆਂ ਵਿੱਚ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਾਣੀ ਇੱਕ ਥਾਂ ਸੀ, ਇੱਕ ਪੋਥੀ ਦੇ ਵਿੱਚ। ਇਸ ਤੋਂ ਇਲਾਵਾ ਜਿੱਥੇ ਜਿੱਥੇ ਜਾਂਦੇ ਸਨ, ਕਿਉਂਕਿ 4 ਉਦਾਸੀਆਂ ਕੀਤੀਆਂ ਗਰੀਬ ਨਵਾਜ਼ ਨੇ, ਵਿਦਵਾਨਾਂ ਦੇ ਮੁਤਾਬਕ 4000 ਮੀਲ ਦਾ ਪੈਂਡਾ ਸਫ਼ਰ ਤੈਅ ਕੀਤਾ। ਕਿੱਥੇ ਕਿੱਥੇ ਗਏ ਗੁਰੂ ਸਾਹਿਬ, ਕਲਰਾਂ 'ਚ, ਰੋਜ਼ਾਂ 'ਚ, ਉਜਾੜਾਂ 'ਚ, ਬਿਆਬਾਨਾਂ 'ਚ, ਮੱਠਾਂ 'ਚ, ਮੰਦਰਾਂ 'ਚ ਗਏ ਨੇ। ਉਦਾਸੀਆਂ ਕੋਲੇ ਗਏ, ਜੋਗੀਆਂ ਕੋਲੇ ਗਏ, ਸਿੱਧਾ ਨਾਥਾਂ ਕੋਲੇ ਗਏ, ਬ੍ਰਾਹਮਣਾ ਪੰਡਤਾਂ ਕੋਲੇ ਗਏ, ਕਾਜ਼ੀਆਂ ਕੋਲੇ ਗਏ, ਮੁੱਲਾ ਮਲਾਣਿਆਂ ਕੋਲੇ ਗਏ, ਕਿੱਥੇ ਕਿੱਥੇ ਗਏ। ਪੁਰਾਤਨ ਜਿਹੜੇ ਭਗਤ ਹੋ ਚੁੱਕੇ ਸਨ, ਜਿਵੇਂ ਪਹਿਲਾਂ ਬਾਬਾ ਫਰੀਦ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਤੇ ਆਦਿਕ, ਉਹਨਾਂ ਦੇ ਉਤਰਾਧਿਕਾਰੀ ਜਿਹੜੇ ਸਨ, ਪ੍ਰੈਜ਼ੈਂਟ ਜਿਹੜੇ ਉਹਨਾਂ ਦੀਆਂ ਗੱਦੀਆਂ ਤੇ ਸੇਵਾਵਾਂ ਨਿਭਾ ਰਹੇ ਸਨ, ਉਹਨਾਂ ਦੇ ਪਾਸ ਗਏ। ਉਹਨਾਂ ਨਾਲ ਸਤਿਗੁਰੂ ਸਾਹਿਬ ਨੇ ਗੋਸ਼ਤਾਂ ਵੀ ਹੋਈਆਂ, ਗੱਲਾਂ ਬਾਤਾਂ ਵੀ, ਵਿਚਾਰ ਚਰਚਾ ਵੀ ਹੋਈ। ਬਹੁਤ ਕੁਝ ਐਸਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੋਂ, ਉਹਨਾਂ ਹੋ ਚੁੱਕੇ ਮਹਾਨ ਭਗਤਾਂ ਦੀ ਜਿਹੜੀ ਬਾਣੀ ਸੀ ਉਹ ਪ੍ਰਾਪਤ ਕੀਤੀ। ਉਹ ਬਾਣੀ ਜਿਹਦੇ ਵਿੱਚ ਇੱਕ ਦੀ ਗੱਲ ਸੀ, ਪ੍ਰਮਾਤਮਾ ਦੀ ਗੱਲ ਸੀ, ਨਿਰੋਲ ਵਾਹਿਗੁਰੂ ਜੀ ਦੀ ਗੱਲ ਸੀ। ਔਰ ਉਹ ਭਗਤ ਜਿਹੜੇ ਨਿਰਗੁਣ ਭਗਤੀ ਦੇ ਉਪਾਸ਼ਕ ਸਨ, ਅਕਾਲ ਦੇ ਉਪਾਸਕ ਸਨ, ਦੇਵ ਪੂਜਾ, ਜੜ ਪੂਜਾ, ਪੱਥਰ ਪੂਜਾ, ਗ੍ਰਹਾਂ ਨਛਤਰਾਂ ਦੀ ਪੂਜਾ ਚੋਂ ਮੁਕਤ ਸਨ, ਉਹਨਾਂ ਅਕਾਲ ਉਪਾਸ਼ਕ ਭਗਤਾਂ ਦੀ ਬਾਣੀ ਇਕੱਤਰ ਕੀਤੀ ਸਾਹਿਬ ਨੇ, ਆਪਣੇ ਪਾਸ ਰੱਖਿਆ ਕਰਦੇ ਸਨ। ਆਪਣੀ ਜਿਹੜੀ ਬਾਣੀ ਉਹਨਾਂ ਦੀ, ਗੁਰੂ ਸਾਹਿਬ ਨੇ ਬਾਣੀ ਇਕੱਤਰ ਕੀਤੀ ਐਸੇ ਕਰਕੇ
ਤੇ ਜਦੋਂ ਆਪਾਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਾਂ, ਉਹਨਾਂ ਦੀਆਂ ਵਾਰਾਂ ਦੇ ਵਿੱਚੋਂ ਇਹ ਅਸੀਂ ਰੈਫਰੈਂਸ ਆਮ ਦਿੰਦੇ ਹਾਂ ਵੀ ਜਦੋਂ ਉਹ ਲਿਖਦੇ ਨੇ ਵੀ ਆਸ਼ਾ ਹੱਥ ਕਿਤਾਬ ਕੱਛ, ਔਰ ਗੁਰੂ ਸਾਹਿਬ ਦੇ ਹੱਥ ਵਿੱਚ ਇੱਕ ਸੋਟਾ ਹੁੰਦਾ ਸੀ ਵੱਡਾ ਸ਼ਾਸਤਰ ਹਥਿਆਰ। ਉਹਨਾਂ ਸਮਿਆਂ 'ਚ ਜੰਗਲਾਂ ਰੋਹੀਆਂ 'ਚ ਜਾਣਾ ਐਵੇਂ ਥੋੜੋ ਸੀਗਾ, ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ ਕੋਲੇ ਸੋਟਾ ਹਥਿਆਰ ਹੁੰਦਾ ਸੀ। ਆਸਾ ਹੱਥ ਕਿਤਾਬ ਕੱਛ, ਕੱਛ ਦੇ ਵਿੱਚ ਭਾਵ ਗੁਰੂ ਸਾਹਿਬ ਦੇ ਪਾਸ ਹਮੇਸ਼ਾ ਪੋਥੀ ਹੁੰਦੀ ਸੀ, ਕਿਤਾਬ ਜਿਹਨੂੰ ਉਹਨਾਂ ਨੇ ਲਿਖਿਆ, ਜਿਹਦੇ ਵਿੱਚ ਉਹਨਾਂ ਦੀ ਆਪਣੀ ਬਾਣੀ ਜਾਂ ਹੋਰ ਇਕੱਤਰ ਕੀਤੀ ਹੋਈ ਬਾਣੀ। ਫਿਰ ਤੁਸੀਂ ਹੋਰ ਦੇਖੋ, ਜਦੋਂ ਗੁਰੂ ਸਾਹਿਬ ਮੁੱਲਾ ਮਲਾਣਿਆਂ ਦੇ ਨਾਲ ਮੱਕੇ ਵਾਲੇ ਪਾਸੇ ਜਾਂਦੇ ਨੇ, ਉਹਨਾਂ ਨਾਲ ਗੋਸ਼ਟ ਹੁੰਦੀ ਹੈ, ਲੰਮੀ ਚੌੜੀ ਚਰਚਾ ਹੁੰਦੀ ਹੈ, ਜੋਗੀਆਂ ਨਾਲ ਵੀ ਹੁੰਦੀ ਹੈ। ਉਦੋਂ ਭਾਈ ਗੁਰਦਾਸ ਲਿਖਦੇ ਨੇ, ਪੁੱਛਣ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਉਹਨਾਂ ਨੇ ਪੁੱਛਿਆ ਜਿਹੜਾ ਸੀਗਾ ਵੀ ਤੁਸੀਂ ਇਹ ਦੱਸੋ, ਜਦੋਂ ਗੁਰੂ ਸਾਹਿਬ ਉੱਥੇ ਗਏ ਉਹਨਾਂ ਨੇ ਆਖਿਆ ਵੀ ਇਹ ਦੱਸੋ ਵੀ ਤੁਹਾਡੀ ਜਿਹੜੀ ਆ ਸਾਡੇ ਕੋਲੇ ਕਿਤਾਬ ਹੈਗੀ ਹੈ, ਤੁਹਾਡੀ ਪੋਥੀ ਹੈ, ਇਹਦੇ ਅਕੋਰਡਿੰਗ ਇਹਨੂੰ ਖੋਲ ਕੇ ਪ੍ਰਕਾਸ਼ ਕਰਕੇ ਦੱਸੋ ਵੀ ਤੁਹਾਡੇ ਮੁਤਾਬਕ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਭਾਵ ਰੱਬ ਦੀ ਦਰਗਾਹ ਦੇ ਵਿੱਚ ਹਿੰਦੂ ਨੂੰ ਸਨਮਾਨ ਮਿਲਣਾ ਹੈ ਕਿ ਮੁਸਲਮਾਨ ਨੂੰ ਸਤਿਕਾਰ ਮਿਲਣਾ ਹੈ, ਉੱਥੇ ਕੌਣ ਪ੍ਰਵਾਨ ਹੋਵੇਗਾ? ਕਿਉਂਕਿ ਝਗੜਾ ਸੀ ਬੜਾ ਵੱਡਾ। ਭਾਈ ਗੁਰਦਾਸ ਕਹਿੰਦੇ ਉਦੋਂ ਹਿੰਦੂ ਤੇ ਮੁਸਲਮਾਨ ਏਦਾਂ ਖਹਿ ਰਹੇ ਸਨ ਜਿਵੇਂ ਬਾਂਸ ਆਪਸ ਵਿੱਚ ਹੀ ਖਹਿ ਕੇ ਟਕਰਾਓ ਦੇ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਨੇ ਨਾ, ਜਦੋਂ ਬਾਂਸ ਆਪਸ ਵਿੱਚ ਹੀ ਟਕਰਾਉਂਦਾ ਚੰਗਿਆੜੀਆਂ ਨਿਕਲਦੀਆਂ ਨੇ, ਅੱਗ ਨਿਕਲਦੀ ਹੈ ਜਿਹਦੇ ਨਾਲ ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ ਹੈ। ਜਿਹੜੀ ਜੰਗਲਾਂ ਨੂੰ ਅੱਗ ਲੱਗਦੀ ਹੈ ਕੌਣ ਲਾਉਂਦਾ ਹੈ, ਕੌਣ ਕਰਦਾ ਹੈ? ਉਹ ਬਾਂਸ ਤੇਜ਼ ਹਵਾਵਾਂ ਚੱਲਣ ਦੇ ਨਾਲ ਟਕਰਾਓ ਰਗੜ ਦੇ ਨਾਲ ਚੰਗਿਆੜੀਆਂ ਨਿਕਲੀਆਂ ਤੇ ਅੱਗ ਲੱਗੀ ਤੇ ਸਾਰਾ ਜੰਗਲ ਸੁਆਹ। ਇੱਥੇ ਵੀ ਜਿਹੜਾ ਸੀ ਹਿੰਦੂ ਤੇ ਮੁਸਲਮਾਨ ਇਉਂ ਖਹਿ ਰਹੇ ਸਨ ਤੇ ਉਹਨਾਂ ਦੀ ਖਹਿਣ ਦੇ ਵਿੱਚੋਂ ਟਕਰਾਅ ਦੇ ਵਿੱਚੋਂ ਈਰਖਾ ਦੀ ਅੱਗ ਦੇ ਜਿਹੜੀਆਂ ਸੀ ਚੰਗਿਆੜੀਆਂ, ਜਿਹਦੇ ਨਾਲ ਸਾਰਾ ਸੰਸਾਰ ਸੜ ਕੇ ਸੁਆਹ ਹੋ ਰਿਹਾ ਸੀ, ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਖਹਿ ਖਹਿ ਬਾਂਸ ਜਲਨ ਅੰਗਿਆਰਾ। ਤੇ ਇਸੇ ਅੱਗ ਦੇ ਵਿਸਾਰਾ ਜਿਹਨੂੰ ਭਾਈ ਸਾਹਿਬ ਅੱਗੇ ਵੀ ਲਿਖਦੇ ਨੇ ਵੀ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਤੇ ਫਿਰ ਇੱਥੇ ਅੱਗੇ ਗੁਰੂ ਸਾਹਿਬ ਨੇ ਵੱਡਾ ਫੈਸਲਾ ਲਿਆ। ਉਹ ਲਿਖਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਆਕਾਹਾਰ ਕਰ ਰੋੜਾਂ ਦੀ ਗੁਰ ਕਰੀ ਵਸਾਈ। ਇਸ ਪੌੜੀ ਦੇ ਵਿੱਚ ਜ਼ਿਕਰ ਹੈ ਵੀ ਸਤਿਗੁਰਾਂ ਨੇ ਧਿਆਨ ਧਰ ਕੇ ਕੀ ਵੇਖਿਆ ਸੀ? ਜਲਤੀ ਸਭ ਪ੍ਰਿਥਵੀ ਦਿਸਿਆਈ, ਸਾਰੀ ਧਰਤੀ ਉਹਨਾਂ ਨੂੰ ਜਲਦੀ ਹੋਈ ਨਜ਼ਰ ਆਈ। ਉਹ ਜਲਦੀ ਈਰਖਾ ਦੀ ਅੱਗ, ਵਿਕਾਰਾਂ ਦੀ ਅੱਗ, ਮੋਹ ਮਾਇਆ ਦੀ ਅੱਗ, ਇਸ ਅੱਗ ਦੇ ਵਿੱਚ ਸਾਰਾ ਸੰਸਾਰ ਜਲ ਕੇ ਸੜ ਕੇ ਸੁਆਹ ਹੋ ਰਿਹਾ ਸੀ। ਫਿਰ ਸਤਿਗੁਰਾਂ ਨੇ ਜਲਦੇ ਬਲਦੇ ਸੜਦੇ ਸੰਸਾਰ ਨੂੰ ਸ਼ਾਂਤ ਕਰਨ ਲਈ, ਠੰਡਕ ਪਹੁੰਚਾਉਣ ਲਈ ਇੱਕ ਵੱਡਾ ਫੈਸਲਾ ਲਿਆ। ਘਰ ਛੱਡ ਕੇ, ਬੱਚੇ ਛੱਡ ਕੇ, ਪਤਨੀ ਛੱਡ ਕੇ, ਸਭ ਕੁਝ ਛੱਡ ਕੇ ਜਲਦੇ ਬਲਦੇ ਸੰਸਾਰ ਨੂੰ ਠੰਡਕ ਦੇਣ ਲਈ ਗਏ ਨੇ। ਗੁਰੂ ਸਾਹਿਬ ਜੀ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਸੀਗਾ, ਇਹ ਕੋਈ ਪਰਿਵਾਰਕ ਮਸਲਾ ਨਹੀਂ ਸੀਗਾ ਕੋਈ, ਉਹ ਤੇ ਪਰਉਪਕਾਰ ਕਰਨ ਲਈ ਗਏ ਨੇ। ਚੜਿਆ ਸੋਧਣ ਧਰਤ ਲੁਕਾਈ, ਜਿਹਨੂੰ ਭਾਈ ਗੁਰਦਾਸ ਲਿਖਦੇ ਨੇ। ਮੈਂ ਤਾਂ ਬੇਨਤੀ ਕਰ ਰਿਹਾ, ਹੁਣ ਉਹ ਪੋਥੀਆਂ ਨੇ ਤੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਨੇ, ਉਹ ਸਾਰਾ ਪ੍ਰਬੰਧ ਹੋ ਗਿਆ। ਹੁਣ ਬਾਣੀ ਲਿਖਣੀ ਹੈ, ਇੱਕ ਜਿਲਦ ਵਿੱਚ ਬੰਦ ਕਰਨੀ ਹੈ, ਇੱਕ ਗ੍ਰੰਥ ਤਿਆਰ ਕਰਨਾ, ਇੱਕ ਬੀੜ ਤਿਆਰ ਕਰਨੀ ਹੈ। ਤੇ ਇਸ ਕਰਕੇ ਕਹਿੰਦੇ ਨੇ, ਸ੍ਰੀ ਅਰਜਨ ਪੋਥੀ ਤਬ ਖੋਲੀ, ਪ੍ਰਾਰੰਭਤਾ ਹੋਈ ਉਸ ਮਹਾਨ ਕਾਰਜ ਦੀ। ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਖੋਲੀ। ਖੋਲੀ ਸ਼ਬਦ ਥੋੜਾ ਜਿਹਾ ਸਾਨੂੰ ਅਜੀਬ ਜਿਹਾ ਲੱਗਦਾ ਹੈ, ਅਸਲ ਵਿੱਚ ਪੁਰਾਤਨ ਗ੍ਰੰਥਾਂ 'ਚ ਇਹੀ ਆਉਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਹੋ ਜਾਏਗਾ, ਸੱਚਖੰਡ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਜਾਣਾ, ਉਦੋਂ ਵੀ ਇਹੀ ਆਖਿਆ ਜਾਏਗਾ। ਬਾਬਾ ਬੁੱਢਾ ਜੀ ਨੂੰ ਹੁਕਮ ਹੋ ਗਿਆ, ਖੋਲ ਲੋ ਗ੍ਰੰਥ, ਵੀ ਗ੍ਰੰਥ ਖੋਲ ਕੇ ਹੁਕਮ ਲਿਓ, ਹੁਣ ਸੁਣਿਆ ਸਭ ਪੰਥ। ਚਲੋ ਅਸੀਂ ਪ੍ਰਕਾਸ਼ ਸ਼ਬਦ ਜਾਇਜ਼ ਮੰਨਦੇ ਹਾਂ, ਠੀਕ ਵੀ ਇਹ ਅਦਬ ਵਾਲਾ ਸ਼ਬਦ ਹੈ, ਰਿਸਪੈਕਟਫੁਲੀ ਸ਼ਬਦ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਪ੍ਰਕਾਸ਼ ਕੀਤੀ, ਖੋਲੀ ਹੈ ਤੇ ਲਿਖਵਾਉਣ ਲੱਗੇ ਹਨ। ਇਹ ਤਾਂ ਲਿਖਾਵਣ ਗਿਰਾ ਅਮੋਲੀ, ਔਰ ਅਮੋਲਕ ਵਚਨ ਜਿਹੜੇ ਨੇ, ਗਿਰਾ ਦਾ ਅਰਥ ਵਚਨ ਹੁੰਦਾ ਹੈ, ਅਮੋਲੀ ਦਾ ਅਰਥ ਅਮੋਲਕ। ਜਿਹੜੀ ਬਾਣੀ ਹੈ ਇਹਦਾ ਕੋਈ ਮੁੱਲ ਥੋੜੋ ਹੈ, ਇਹ ਤੇ ਅਮੋਲਕ ਬਾਣੀ ਹੈ। ਰਤਨਾ ਹੀਰਿਆਂ ਤੋਂ ਵੀ ਪਹਿਲਾਂ ਆਪਾਂ ਸ਼ਬਦ ਸਾਂਝਾ ਕੀਤਾ ਵੀ ਗੁਰ ਕਾ ਸ਼ਬਦ ਰਤਨ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਮੋਲਕ ਵਚਨ ਪਹਿਲੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਬਾਣੀ ਲਿਖਾਉਣ ਲੱਗੇ ਨੇ। ਭਾਈ ਗੁਰਦਾਸ ਜੀ ਨੂੰ ਹਦਾਇਤਾਂ ਹੋ ਚੁੱਕੀਆਂ ਨੇ, ਸਾਰੀ ਤਿਆਰੀ ਅਤੇ ਜਿਹੜਾ ਸੀ ਕਾਰਜ ਪ੍ਰਾਰੰਭ ਕੀਤਾ ਹੈ। ਪ੍ਰਥਮ ਸਿਮਰ ਸ਼੍ਰੀ ਨਾਨਕ ਨਾਮ। ਪ੍ਰਥਮ ਸਿਮਰ, ਹੁਣ ਇੱਥੇ ਪ੍ਰਥਮ ਦਾ ਅਰਥ ਹੁੰਦਾ ਪਹਿਲਾਂ, ਸਿਮਰ ਦਾ ਅਰਥ ਹੈ ਯਾਦ ਕਰਨਾ। ਅਸਲ ਵਿੱਚ ਪਹਿਲਾਂ ਤੇ ਅਕਾਲ ਨੂੰ ਸਿਮਰਿਆ ਜਾਂਦਾ ਹੈ।
सानू गुरु साहब ने यही समझाया, आ भी अकाल नूं सिमरदे सन। साडी पंथक अरदास भी यही है, एक ओंकार वाहिगुरू जी की फतेह। प्रथम भगौती सिमर के फिर गुरु नानक का जिक्र आउंदा, फिर 10 पातशाहियां दा आउंदा। ਵੱਖਰੀ ਗੱਲ ਅਸੀਂ ਭਗੌਤੀ ਨੂੰ ਲੈ ਕੇ ਵੀ ਮਸਲੇ ਖੜੇ ਕਰੇ ਪਏ ਨੇ ਜੀ, ਇਹ ਪਤਾ ਨਹੀਂ ਕੀ ਹੋ ਗਿਆ, ਇਹ ਭਗੌਤੀ ਸ਼ਬਦ ਜਾਇਜ਼ ਨਹੀਂ ਹੈ, ਇਹ ਭਗਵਤੀ ਦੇਵੀ ਹੈ, ਚੰਡੀ ਦੇਵੀ, ਅਸੀਂ ਇਹ ਤੇ ਆਂਦਾ ਕੋਈ ਇੱਕ ਵੱਖਰਾ ਮਸਲਾ ਹੈ। ਪਰ ਪ੍ਰਮਾਤਮਾ ਦਾ ਜ਼ਿਕਰ ਮੈਂ ਕਰ ਰਿਹਾ, ਬਾਣੀ 'ਚ ਇੱਕ ਓੰਕਾਰ ਦਾ ਜ਼ਿਕਰ ਵਾਰ-ਵਾਰ ਆਏਗਾ। प्रथम अकाल पुरख, प्रथम परमेश्वर वाहिगुरु, और इत्थे हैगा भी अकाल पुरख का ध्यान धर के लिखाया, तो एक ओंकारे जाना पहला। फिर गुरु 10 गुरु साहिबाना दे विचों आपां पहले गुरु नानक साहब महाराज जी ने ते 5वें पातशाह लिखवाउण लगे ने सब तो पहला गुरु नानक साहब महाराज जी की बाणी, क्योंकि तरतीब के मुताबक पहला वचन हो चुके ने भी पहले गुरु साहिबान की पहला, दूसरे की तीसरे की, इदा फिर बाद विच आएगी सारी बाणी। पहला गुरु नानक साहब महाराज जी का नाम आया, उन्हां दी बाणी जिहड़ी है वह लिखवाउण लगे हन। नमो कीन धर ध्यान अबिरहाम, आकाश रूप गुरु नानक साहब महाराज जी का ध्यान धर के और अकाल पुरख के चरणों जिहड़ी है बेनती करके जिहड़ा सी उन्हां नूं नमस्कार करके कार्य शुरू होया है। पूर्व श्री जप जी लिखवाए, सब तो पहला पवित्र बाणी आद बाणी जिहड़ी जपजी साहब की बाणी है, असल में बाणी ते जप ही है। जप जी असीं कहने आ, ये गुरु ग्रंथ साहब महाराज जी की प्रथम बाणी है। आनंद जिहड़ा है अमृत दीयां बाणियां चों भी प्रथम है, नितनेम दीयां बाणियां चों भी प्रथम है, और सारियां तो पहली बाणियां गुरु नानक साहब महाराज जी की रचना चों नाज़िल होई। और सब तो पहला जपजी साहिब की बाणी नूं लिखवाया है। भाई गुरदास लिख रहे ने ते धन गुरु अर्जन साहब महाराज लिखवा रहे हन। और उचर मंगला चरण सुहाए, उस तो पहला जपजी साहब की बाणी तो पहला, जप की प्रारंभता तो पहला मंगला चरण, मंगल जिहड़ा कीता गया, मूल मंत्र कह लो संपूर्ण, वो लिखिया गया है। पौड़ी 4.5 उचारी, इत्थे भाई साहब बड़े शॉर्ट चलणगे हुण संखेप दे विच। वैसे ते मूल मंत्र फिर जिहड़ा सी बाणी आ जपजी साहब की, उहदियां प्रॉपर 38 पौड़ियां श्लोक, वो अगे जाके सारा कुछ दसणगे। इत्थे है सीधा भाई साहब कहंदे ने शुरू कीता, मंगला चरण कीता, फिर 4.5 उचारी पौड़ियां, पार ब्रह्म वर्णन सुकारी, जिन्हां दे विच परमेश्वर दा जिक्र है, परमात्मा दी उस्तत हैगी है। 1.5 बिखै गुर महिमा कही, फिर अगलियां जड़ियां 1.5 बिखै पौड़ियां दे विच कहंदे ने गुरु दी महिमा कीती गई है, गुरु दी वडियाई कीती है। कीन मंगला चरण सही, और सारी बाणी जिवें गुरु साहब लिखवाउंदे ने भाई गुरदास हूबहू उदे लिख रहे हन। जे जुग चारे लिखी सो फेरे, फिर जिहड़ा सी ओ पौड़ी जिहदे विच जे जुग चारे आरजा होरद सुनी होए, भाई साहब ने जिक्र कीता, लिखी गई है। इसमें भन्यो बैराग बडेरे, इहदे विच बहुत बैरागमई बाणी है। इह ते ओही है भी जिन्ना कोई भावना नाल, एकाग्रता नाल, प्रेम नाल पढ़ेगा उन्ना ही आनंद महसूस करेगा। यही बाणी है जिहड़ियां कुछ पाठकां नूं पढ़न वालियां नूं ऐन स्वर्ग वर्गा आनंद देंदी है। कुछ कैसे भी ने जिहड़े ही देखी जांदे ने भी किन्नी कु पौड़ी ते पहुंचिया, किन्ना क रह गया, हाले तो काफ़ी पिया। मतलब एकाग्रता नहीं है, प्रेम नहीं है, बद्धा चट्टी है। जिहड़ा बाणी यही है ते तुहाडे ते डिपेंड है, तुसीं किन्नी की एकाग्रता नाल पढ़दे हो, तुसीं किन्ने क जिहड़ा सुचेत होकर पढ़दे हो, प्यार नाल पढ़दे हो। इस करके जिहड़ा है इत्थे लिखदे ने भी ये पौड़ी बड़ी बैरागमई पौड़ी हैगी है। श्रवण महात्म 4 मझहरे, फिर 4 पौड़ियां जिहड़ियां ओ लिखियां ने जिहदे विच महात्म है। ये पौंटैस हैगी सुनन दी, सुनिया सिद्ध पीर सुरनाथ, सुनिया धर तबल आकाश। वो 4 पौड़ियां ने जिहदे विच सुनन दा जिक्र है। वैसे ना ये भी पहला भुलेखा ही सीगा, सुनने वाले पासे घट ध्यान दिता जांदा सी, बोलण वाले नूं महान मन्निया जांदा सी भी जिहड़ा स्पोक्समैन है, बुलारा है, बोलण वाला है भी उही महान है, सुनने वाले नूं श्रोतिਆਂ नूं ਐਵੇਂ सी। पर ये तुसीं हैरान होवोगे गुरु नानक ने श्रोतिਆਂ नूं मान बख्शे भी श्रोता ਐਵੇਂ नहीं है, जिहड़ा सुन लवे ना वो कित्थों तक पहुंच सकदा है। सुनिया सिद्ध पीर सुर नाथ इत्थों तक पहुंच सकता है, वो एडी वड्डी अवस्था हो सकती है। फिर बार बार इन्हां पौड़ियां दे विच आया
ਸੁਣਿਆ ਦੁੱਖ ਪਾਪ ਕਾ ਨਾਸ ਵਾਲੀਆਂ ਪੌੜੀਆਂ ਵੀ ਸੁਣ ਕੇ ਹੀ ਦੁੱਖਾਂ ਦਾ ਪਾਪਾਂ ਦਾ ਦਲਿੱਦਰਾਂ ਦਾ ਨਾਸ਼ ਹੋ ਸਕਦਾ ਹੈ। ਅਸੀਂ ਸੁਣਨ ਵਾਲੇ ਪਾਸਿਓਂ ਕਿਤੇ ਨਾ ਕਿਤੇ ਪਾਸੇ ਚਲੇ ਗਏ। ਹੁਣ ਸੁਣਨਾ ਨਹੀਂ ਬੰਦਾ ਚਾਹੁੰਦਾ, ਹੁਣ ਤਾਂ ਬੰਦਾ ਬੋਲਣਾ ਹੀ ਚਾਹੁੰਦਾ ਬਸ ਵੀ ਮੈਂ ਬੋਲਣਾ। ਸੁਣਨ ਵਾਲੀ ਜਿਹੜੀ ਚੀਜ਼ ਸੀਗੀ, ਸਰੋਤੇ ਦੇ ਜਿਹੜੇ ਗੁਣ ਨੇ ਨਾ, ਚਲੋ ਉਹ ਬਾਅਦ ਵਿੱਚ ਆਪਾਂ ਸਬਜੈਕਟ ਤੇ ਰਹੀਏ। ਜਾਣੀ ਗੁਰੂ ਸਾਹਿਬ ਨੇ 4 ਸੁਣਨ ਦੀਆਂ ਪੌੜੀਆਂ ਜਿਨ੍ਹਾਂ ਦੇ ਵਿੱਚ ਸੁਣਨ ਦੀ ਮਹਾਨਤਾ ਲਿਖਵਾਈਆਂ ਹਨ। ਪੁਨਹ ਮੰਨਨ ਭਾਖਿਓ ਵਿੱਚ ਚਾਰੀ। ਦੇਖੋ ਸੁਣਨ ਤੋਂ ਬਾਅਦ ਮੰਨਣ ਦਾ ਸਟੈਪ ਆਉਂਦਾ। ਕੱਲਾ ਬੰਦਾ ਸੁਣੀਓ ਜਾਵੇ ਤੇ ਮੰਨੇ ਹੀ ਨਾ, ਸਾਰਾ ਦਿਨ ਤੁਸੀਂ ਸੁਣੀ ਜਾਓ, ਸਾਰਾ ਜੀਵਨ ਸੁਣੀ ਜਾਓ, ਪਰ ਮੰਨਿਓ ਨਾ, ਕੱਲਾ ਨਹੀਂ ਵਾਪਰਨਾ। ਸਤਿਗੁਰੂ ਨੇ ਇਸੇ ਕਰਕੇ ਤੇ ਆਖਿਆ ਸੀ, ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੁਣਨ ਨੂੰ ਤੇ ਸਾਰੇ ਸੁਣਦੇ ਆ, ਪਰ ਚੋਰੀ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ ਅਸੀਂ ਵੀ ਠੱਗੀ ਨਹੀਂ ਮਾਰਨੀ ਚਾਹੀਦੀ। ਹਜ਼ਾਰਾਂ ਵਾਰ ਸੁਣਿਆ ਹੋਣਾ ਵੀ ਝੂਠ ਨਹੀਂ ਬੋਲਣਾ ਚਾਹੀਦਾ, ਪਰ ਸੁਣ ਕੇ ਮੰਨਿਆ ਕਿਹਨੇ ਹੈ? ਕਿਸੇ ਨੇ ਵੀ ਨਹੀਂ। ਜੇ ਕਿਤੇ ਸੁਣ ਕੇ ਮੰਨਿਆ ਹੁੰਦਾ ਤੇ ਜੀਵਨ ਸਵਰਗ ਬਣ ਜਾਣਾ ਸੀ। ਗੁਰੂ ਸਾਹਿਬ ਬਾਣੀ 'ਚ ਕਿੰਨੀ ਵਾਰ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ, ਗੱਲੀ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਅਸੀਂ ਸਾਰਿਆਂ ਨੇ ਸੁਣਿਆ ਵੀ ਪਰਾਇਆ ਹੱਕ ਖਾਣਾ ਹਿੰਦੂ ਲਈ ਗਾਂ ਦਾ ਮਾਸ ਦੇ ਬਰਾਬਰ ਹੈ, ਮੁਸਲਮਾਨ ਲਈ ਸੂਰ ਦੇ ਮਾਸ ਦੇ ਬਰਾਬਰ ਹੈ, ਵੀ ਇਹ ਪਰਾਇਆ ਹੱਕ ਬਿਲਕੁਲ ਨਹੀਂ ਖਾਣਾ ਚਾਹੀਦਾ, ਖੂਨ ਪੀਣ ਦੇ ਬਰਾਬਰ ਹੈ। ਤੇ ਅਸੀਂ ਸੁਣੀ ਜਾਂਦੇ, ਅਸੀਂ ਹਟ ਗਏ ਆ। ਅਸੀਂ ਕਿੰਨਾ ਛੱਡਤਾ ਪਰਾਇਆ ਹੱਕ ਖਾਣਾ। ਕਿਸੇ ਦੀ ਮਿਹਨਤ ਕੌਣ ਨਹੀਂ ਦੱਬਦਾ? ਬੜੇ ਬੜੇ ਧਰਮੀ ਲੋਕ, ਬੜੇ ਬੜੇ ਧਾਰਮਿਕ ਅਸਥਾਨਾਂ ਨੂੰ ਚਲਾਉਣ ਵਾਲੇ, ਪ੍ਰਬੰਧਾਂ ਨੂੰ ਚਲਾਉਣ ਵਾਲੇ, ਜਦੋਂ ਪੈਸੇ ਦੱਬ ਜਾਣ ਕਿਸੇ ਗਰੀਬ ਦੇ, ਹੱਕ ਸੱਚ ਦੀ ਕਿਸੇ ਦੀ ਕਮਾਈ ਦੱਬ ਜਾਣ, ਉਹਨਾਂ ਨੂੰ ਧਰਮੀ ਕਿਹਾ ਜਾ ਸਕਦਾ? ਉਹ ਧਰਮੀ ਹੈਗੇ ਨੇ? ਕੋਈ ਕਹੀ ਜਾਏ ਖਵਾਈ ਜਾਏ, ਗੱਲ ਵੱਖਰੀ ਹੈ। ਨਾਲੇ ਬਾਬਾ ਜੀ ਨੇ ਤੇ ਫੈਸਲੇ ਕਰਤਾ, ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ। ਕੱਲਾ ਕਹਿਣ ਨਾਲ ਕੋਈ ਪੁੰਨੀ ਨਹੀਂ ਬਣਦਾ, ਕੋਈ ਕਹਿਣ ਨਾਲ ਪਾਪੀ ਨਹੀਂ ਬਣਦਾ। ਤੇ ਕਰ ਕਰ ਕਰਨਾ ਲਿਖ ਲੈ ਜਾਹੇ। ਇਹ ਤੇ ਤੁਸੀਂ ਜੋ ਕੀਤਾ ਲਿਖ ਕੇ ਲੈ ਗਏ, ਉੱਥੇ ਪਤਾ ਲੱਗਣਾ ਪੁੰਨੀ ਕੌਣ ਹੈ ਤੇ ਪਾਪੀ ਕੌਣ ਹੈ। ਇੱਥੇ ਪਾਪੀ ਜਿਹੜੇ ਪੁੰਨੀ ਖਵਾਈ ਜਾਂਦੇ ਨੇ ਬੜੀ ਵੱਡੀ ਪੱਧਰ ਤੇ। ਚਲੋ ਇਸ਼ਾਰਾ ਸਮਝੋ ਤੁਸੀਂ। ਕਹਿਣ ਦਾ ਭਾਵ ਮੰਨਣ ਵਾਲਾ ਸਟੈਪ ਬੜਾ ਔਖਾ ਸੁਣਨ ਤੋਂ ਬਾਅਦ। ਸੁਣ ਤੇ ਸਾਰੇ ਹੀ ਲੈਂਦੇ ਨੇ। ਟੀਚਰ ਕਿੰਨਾ ਉਪਦੇਸ਼ ਦਿੰਦਾ, ਜੇ ਸਾਰੇ ਸਟੂਡੈਂਟ ਕਿਤੇ ਮੰਨ ਲੈਣ ਕਿੱਥੇ ਪਹੁੰਚ ਜਾਣ। ਇਸ ਕਰਕੇ ਗੁਰੂ ਸਾਹਿਬ ਨੇ ਅੱਗੇ 4 ਪੌੜੀਆਂ ਮੰਨਣ ਤੇ ਦਿੱਤੀਆਂ ਨੇ। 4 ਸੁਣਨ ਦੀਆਂ, 4 ਹੀ ਮੰਨਣ ਦੀਆਂ, 3 ਨਹੀਂ। ਉਹਨਾਂ ਹੀ ਮਹਾਤਮ ਸੁਣਨ ਦਾ ਤੇ ਉਹਨਾਂ ਹੀ ਮੰਨਣ ਦਾ। ਅਸਲ ਵਿੱਚ ਮੰਨਣ ਦਾ ਵੀ ਤੇ ਹੈ, ਤਾਂ ਹੀ ਹੈ ਜੇ ਸੁਣਿਆ। ਜੇ ਅਸੀਂ ਸੁਣੇ ਧਿਆਨ ਨਾਲ ਨਹੀਂ ਤੇ ਮੰਨਾਂਗੇ ਵੀ ਕੀ? ਜੇ ਹੀ ਨਹੀਂ ਪਤਾ ਲੱਗਿਆ ਵੀ ਕਿਹਾ ਕੀ ਹੈ, ਸੁਣਾਇਆ ਕੀ ਹੈ, ਮੰਨਾਂਗੇ ਕੀ? ਮੰਨਿਆ ਤਾਂ ਜਾਏਗਾ ਜੇ ਸੁਣਿਆ ਸਹੀ ਜਾਵੇਗਾ। ਨਿਧ ਆਸਨ ਪੰਚੇ ਪਰਵਾਨ। ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਰੰਤ 5 ਪ੍ਰਵਾਨ, 5 ਪ੍ਰਧਾਨ। ਕੌਣ ਪ੍ਰਵਾਨ ਹੁੰਦਾ ਹੈ? ਕਿਹਦੀ ਪ੍ਰਧਾਨਤਾ ਹੈ? ਕੌਣ ਪੰਚ ਹੈ? 5 ਜਨ ਕੌਣ ਹੋ ਸਕਦੇ ਨੇ? ਵਕਾਇਦਾ ਪੌੜੀਆਂ ਲਿਖਵਾਈਆਂ ਜੀ। ਇਸ ਮੈਂ ਨੀਕੇ ਕੀਨ ਬਖਾਨ। ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾ ਰਹੇ ਨੇ। ਭਾਈ ਗੁਰਦਾਸ ਬਾਣੀ ਲਿਖ ਰਹੇ ਨੇ। ਮਹਾਨ ਗ੍ਰੰਥ ਦੀ ਮਹਾਨ ਸੰਪਾਦਨਾ ਦਾ ਕਾਰਜ ਪ੍ਰਾਰੰਭ ਹੋ ਚੁੱਕਿਆ ਹੈ। ਹਾਲੇ ਜਪਜੀ ਸਾਹਿਬ ਹੀ ਚੱਲ ਰਿਹਾ ਹੈ। ਉਪਰੰਤ ਫਿਰ ਕਿਵੇਂ ਬਾਣੀ, ਫਿਰ ਕਿਵੇਂ ਰਾਗ ਆਉਣਗੇ, 31 ਰਾਗ, ਕਿਹੜੇ ਕਿਹੜੇ ਗੁਰੂਆਂ ਦੀ ਬਾਣੀ, ਉਹ ਆਪਾਂ ਅਗਲੇ ਦਿਨਾਂ 'ਚ ਗੁਰੂ ਕਿਰਪਾ ਨਾਲ ਤੁਹਾਡੇ ਸਹਿਯੋਗ ਪਿਆਰ ਨਾਲ ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵੈਸੇ ਅਨਾਉਂਸ ਭਾਈ ਸਾਹਿਬ ਜੀ ਨੇ ਪਹਿਲਾਂ ਵੀ ਕੀਤੀ ਹੈ, ਬਾਅਦ ਵੀ ਕਰਨਗੇ ਵੀ ਕੱਲ ਨੂੰ ਔਰ ਪਰਸੋਂ 2 ਦਿਨ ਸ਼ਾਮਾਂ ਦੇ ਦੀਵਾਨ ਦੀ ਜਿਹੜੀ ਕਥਾ ਹੈ ਉਹ ਨਹੀਂ ਹੋਵੇਗੀ, ਕਿਉਂਕਿ ਕੱਲ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਕੱਲ ਨੂੰ ਸਵੇਰ ਦੀ ਕਥਾ ਹੋਏਗੀ। 2 ਦਿਨ ਸਵੇਰ ਦੀ ਔਰ 2 ਦਿਨ ਸ਼ਾਮ ਦੀ ਕਥਾ ਜਿਹੜੀ ਹੈ ਉਹ ਆਪਾਂ ਸਾਂਝ ਨਹੀਂ ਪਾ ਸਕਾਂਗੇ। ਉਪਰੰਤ ਫਿਰ ਇਹ ਨਿਰੰਤਰ ਇਸੇ ਤਰ੍ਹਾਂ ਕਥਾ ਦਾ ਪ੍ਰਵਾਹ ਚੱਲੇਗਾ। ਸਮੇਂ ਸਿਰ ਆ ਕੇ ਲਾਹੇ ਪ੍ਰਾਪਤ ਕਰਨੇ। ਭੁੱਲ ਚੁੱਕ ਦੀ ਖਿਮਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਬਣੀ ਰਹੇ। ਭੁੱਲ ਚੁੱਕ ਦੀ ਮਾਫੀ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਨਿਧ ਆਸਨ ਪੰਚੇ ਪਰਵਾਨ। ਇਸ ਮੈਂ ਨੀਕੇ ਕੀਨ ਬਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।